हाँ जी गुड ਈਵਨਿੰਗ ਸਾਰਿਆਂ ਨੂੰ ਗੁੱਡ ਈਵਨਿੰਗ ਬਈ। ਤਾਂ ਸਤਿ ਸ਼੍ਰੀ ਅਕਾਲ ਬਈ, ਗੁੱਡ ਈਵਨਿੰਗ ਸਾਰਿਆਂ ਨੂੰ। ਤਾਂ ਫਟਾਫਟ ਜਿਹੜੇ ਸਟੂਡੈਂਟ ਲਾਈਵ ਨਹੀਂ ਹੋਏ ਤਾਂ ਦੂਸਰਿਆਂ ਨੂੰ ਮੈਸੇਜ ਲਾ ਦਿਓ ਵੀ ਸਾਰੇ ਸਟੂਡੈਂਟ ਕੀ ਹੈ ਰਾਜੇ ਲਾਈਵ ਹੋ ਜਾਓ, ਠੀਕ ਹੈ, ਕਿਉਂਕਿ ਕਲਾਸ ਬਿਲਕੁਲ ਕੀ ਆਪਣੇ ਰਾਈਟ ਟਾਈਮ ਦੇ ਉੱਤੇ ਕੀ ਹੈ ਬਈ ਸ਼ੁਰੂ ਹੋ ਚੁੱਕੀ ਹੈਗੀ। ਹਾਂਜੀ ਹਾਂ, ਸਾਰੇ ਜਣੇ ਕੀ ਹੈ ਵੱਧੋ ਵੱਧ ਕੀ ਹੈ ਵੀ ਲਾਈਵ ਹੋਵੋ, ਠੀਕ ਹੈ ਜੀ। ਤਾਂ ਔਰ ਕੀ ਕਰੋ ਵੀ ਆਪਣਾ ਜਿਹੜਾ ਕੀ ਆ ਇਸ ਜਿਹੜਾ ਚੈਨਲ ਨੂੰ ਵੀ ਕੀ ਆ ਨਾਲ ਦੀ ਨਾਲ ਕੀ ਆ शेयर भी कराया करो, सबसक्राइब कराया करो, ठीक है ने वीडियो ਨੂੰ ਕੀ ਹੈ लाइक एंड शेयर जरूर कराया करो, ठीक है जी। हाँ जी ये चीज़ तो बस ਤੁਹਾਨੂੰ ਕਹਿਣੀ ਨਾ ਪਵਿਆ ਕਰੇ ਵੀ ਕੀ ਹੈ ਜਿਹੜਾ ਆਪਣਾ ਕੀ ਹੈ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਨੇ ਵੀਡੀਓ ਨੂੰ ਕੀ ਹੈ ਵੱਧੋ ਵੱਧ ਕੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਠੀਕ ਹੈ ਜੀ। ਜਿਵੇਂ ਕਿ ਤੁਹਾਨੂੰ ਪਤਾ ਸੀਗਾ ਆਪਣਾ ਫ੍ਰੀ ਆਫ ਕਾਸਟ ਜੋ ਟੈਸਟ ਸੀਰੀਜ਼, ਠੀਕ ਹੈ ਜੀ, ਇਸ ਬੈਚ ਚੱਲ ਰਿਹਾ ਗਾ ਆਪਣਾ। ਉਹਦੇ ਵਿੱਚ ਕੀ ਹੁੰਦਾ ਗਾ ਜੀਕੇ ਦਾ ਸੈਸ਼ਨ ਆਪਾਂ ਲੈ ਕੇ ਆਉਂਦੇ ਹੁੰਦੇ ਹਾਂ, ਜਿਹੜਾ ਇਹ ਬਹੁਤ ਸਾਰੇ ਬੱਚਿਆਂ ਦੇ ਕੀ ਆ ਫੋਨ ਕਾਲਸ ਜਾਂ ਮੈਸੇਜ ਵੀ ਆਉਂਦੇ ਸੀ ਵੀ ਸਰ ਜਿਹੜੀਆਂ ਕੀ ਸੀਗਾ ਸ਼ੁੱਕਰਵਾਰ ਤੇ ਸ਼ਨੀਵਾਰ ਇਹ ਕਲਾਸਾਂ ਕਿਉਂ ਨਹੀਂ ਲੱਗੀਆਂ। ਪਹਿਲਾਂ ਮੈਂ ਤੁਹਾਨੂੰ ਉਹਦੇ ਬਾਰੇ ਦੱਸਦਾ। ਤਾਂ ਸਾਰੇ ਜਣੇ ਜਿਹੜੇ ਕਮੈਂਟ ਵੀ ਕਰ ਰਹੇ ਨੇਗੇ ਤਾਂ ਧਿਆਨ ਦੇ ਨਾਲ ਸੁਣੋ ਬਈ। ਤਾਂ ਜਿਹੜੀਆਂ ਸ਼ੁੱਕਰਵਾਰ ਤੇ ਸ਼ਨੀਵਾਰ ਜਿਹੜੀਆਂ ਕਲਾਸਾਂ ਮੈਂ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਉਦਣ ਤੁਹਾਡਾ ਕੀ ਹੁੰਦਾ ਫੁੱਲ ਟੈਸਟ ਦੀ ਕੀ ਕੀਤੀ ਜਾਂਦੀ ਹੈ ਤੁਹਾਡੀ ਡਿਸਕਸ਼ਨ ਕਰਵਾਈ ਜਾਂਦੀ ਹੈਗੀ, ਠੀਕ ਹੈ ਜੀ। ਫੁੱਲ ਟੈਸਟ ਉਹਦੇ ਕੀ ਆ ਡਿਸਕਸ਼ਨ ਕਰਵਾਇਆ ਜਾਂਦਾ ਹੁੰਦਾ ਗਾ ਸਾਰਾ ਦਾ ਸਾਰਾ ਜੋ ਚੀਜ਼ਾਂ ਆਪਾਂ ਟੈਸਟ ਦੇ ਵਿੱਚ ਵੈਸੇ ਆਪਾਂ ਦੱਸਦੇ ਹੁੰਦੇ ਹਾਂ ਤੁਹਾਨੂੰ ਨੋਰਮਲੀ ਗੱਲਾਂ ਆਪਾਂ ਕਰਦੇ ਹੁੰਦੇ ਹਾਂ ਨਾ, ਜਿਵੇਂ ਕੋਈ ਇੱਕ ਕੁਐਸਚਨ ਆਉਂਦਾ ਆਪਾਂ ਉਹ ਉਸ ਕੁਐਸਚਨ ਨਾਲ ਰਿਲੇਟਡ ਅਲੱਗ ਤੋਂ ਆਪਾਂ ਇਨਫੋਰਮੇਸ਼ਨ ਕੀ ਆਪਾਂ ਕਰਦੇ ਹੁੰਦੇ ਆਂਗੇ, ਠੀਕ ਹੈ। ਤਾਂ ਉਹ ਸਾਰੀ ਦੀਆਂ ਸਾਰੀਆਂ ਚੀਜ਼ਾਂ ਕੀ ਆ ਵੀ ਆਪਾਂ ਉਹਦੇ ਵਿੱਚੋਂ ਕੀ ਇਹ ਟੈਸਟ ਕੀ ਕੀਤਾ ਹੋਇਆਗਾ ਤਿਆਰ ਕੀਤੇ ਹੋਏ ਨੇ ਤਾਂ ਜੋ ਸ਼ੁੱਕਰਵਾਰ ਤੇ ਸ਼ਨੀਵਾਰ ਤੁਸੀਂ ਆਪਦੇ ਆਪ ਨੂੰ ਚੈੱਕ ਕਰੋ, ਆਪਦੇ ਆਪ ਦਾ ਐਨਾਲਾਈਜ਼ ਕਰੋ ਵੀ ਜੋ ਚੀਜ਼ਾਂ ਸਾਨੂੰ ਕਰਵਾਈਆਂ ਹੋਈਆਂ ਨੇ, ਠੀਕ ਹੈ, ਜਾਂ ਜੋ ਚੀਜ਼ਾਂ ਤੁਸੀਂ ਨੋਟ ਕੀਤੀਆਂ ਨੇ ਤੁਸੀਂ ਸੈਸ਼ਨ ਨੂੰ ਧਿਆਨ ਨਾਲ ਸੁਣਿਆਗਾ ਵੀ ਕੀ ਤੁਹਾਨੂੰ ਕੀ ਆ ਉਹ ਸਾਰੇ ਦਾ ਸਾਰਾ ਕੁਝ ਆਉਂਦਾਗਾ ਕਿ ਨਹੀਂ ਆਉਂਦਾਗਾ। ਉਹ ਤੁਹਾਡੇ ਵਾਸਤੇ ਹੁੰਦਾਗਾ ਸ਼ੁੱਕਰਵਾਰ ਤੇ ਸ਼ਨੀਵਾਰ ਕੀ ਆ ਫੁੱਲ ਟੈਸਟ ਹੁੰਦਾਗਾ ਸਾਰੇ ਸਬਜੈਕਟਾਂ ਦਾ। ਤੇ ਉਦਣ ਕੀ ਆ ਆਪਣੀ ਜਿਹੜੀ ਲਾਈਵ ਕਲਾਸ ਆ 6:30 ਵਜੇ ਜੀਕੇ ਦੀ ਉਹ ਨਹੀਂ ਲੱਗਦੀ ਹੁੰਦੀ, ਕਲੀਅਰ ਆ। ਟੈਸਟ ਐਪ ਦੇ ਵਿੱਚ ਹੁੰਦਾਗਾ, ਐਪ ਦੇ ਵਿੱਚੋਂ ਕੀ ਆ ਟੈਸਟ ਤੁਸੀਂ ਕਰਿਆ ਕਰੋ। ਅੱਧੇ ਸਾਰੇ ਸਟੂਡੈਂਟ ਪੁੱਛਦੇ ਸਰ ਟੈਸਟ ਕਿਵੇਂ ਕਰੀਏ, YouTube ਦੇ ਉੱਤੇ ਟੈਸਟ ਕਿਵੇਂ ਹੋਊ, ਠੀਕ ਹੈ ਵੀ YouTube ਦੇ ਉੱਤੇ ਨਹੀਂ ਹੁੰਦਾ ਰਾਜੇ। ਮੈਂ ਤੁਹਾਨੂੰ ਦੱਸਿਆ ਸੀਗਾ ਵੀ ਐਪ ਦੇ ਵਿੱਚ ਤੁਸੀਂ ਇਨਰੋਲਮੈਂਟ ਕਰਾਓ, ਉੱਥੋਂ ਕੀ ਆ ਵੀ ਤੁਸੀਂ ਟੈਸਟ ਕਰ ਸਕਦੇ ਹੋ, ਕਲੀਅਰ ਹੈ ਜੀ ਇਹ ਚੀਜ਼ਾਂ। ਤਾਂ ਇਹ ਸਾਰਾ ਕੁਝ ਸੀਗਾ, ਠੀਕ ਹੈ ਜੀ। ਫਟਾਫਟ ਕੀ ਆ ਵੀ ਆਪਣਾ ਵੀਡੀਓ ਨੂੰ ਕੀ ਕਰੋ ਜੀ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਠੀਕ ਹੈ ਜੀ। ਤਾਂ 6:30 ਵਜੇ ਦਾ ਟਾਈਮ ਆ, ਤੁਹਾਨੂੰ ਪਤਾ ਵੀ ਇਹ ਤਾਂ ਤੁਸੀਂ ਮਾਰ ਹੋ ਜਾਂ ਇੱਕ ਦੂਜੇ ਨੂੰ ਤੁਸੀਂ ਠਾ ਲਿਆ ਕਰੋ ਵੀ ਜੀਕੇ ਦੀ ਕੀ ਆ ਕਲਾਸ ਸ਼ੁਰੂ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ, ਠੀਕ ਹੈ। ਪੂਰਾ ਐਨ ਤੁਸੀਂ ਰੌਲਾ ਪੱਟ ਦਿਆ ਕਰੋ 6:30 ਵਜੇ ਤੱਕ ਤਾਂ, ਠੀਕ ਹੈ। ਫ੍ਰੀ ਆਫ ਕਾਸਟ ਆ ਯਾਰ, ਦੇਖੋ ਜਿਸ ਨੂੰ ਇਹ ਤੁਸੀਂ ਫ੍ਰੀ ਆਫ ਕਾਸਟ ਫ੍ਰੀ ਚੀਜ਼ ਦਾ ਨਹੀਂ ਫਾਇਦਾ ਤੁਸੀਂ ਉਠਾ ਸਕਦੇ, ਠੀਕ ਹੈ। ਇਹ ਨਾ ਸੋਚੋ ਵੀ ਕਿਤੇ ਤੁਹਾਨੂੰ ਮੈਂ ਦੱਸਿਆ ਜਿਵੇਂ ਪਹਿਲਾਂ ਵੀ ਹੁੰਦਾ ਸੀਗਾ ਵੀ ਫ੍ਰੀ ਦੇ ਵਿੱਚ ਕੰਟੈਂਟ ਸਾਰਾ ਕੁਝ ਆਪਾਂ ਇੱਕੋ ਇੱਕ ਚੀਜ਼ ਆ ਵੀ ਸਾਡਾ ਅੱਜ ਕਈ ਵਾਰ ਕਿਸੇ ਸਟੂਡੈਂਟ ਦੀ ਕੋਈ ਮਜਬੂਰੀ ਹੁੰਦੀ ਆ ਬੈਚ ਨਹੀਂ ਜੁਆਇਨ ਕਰ ਪਾਉਂਦਾਗਾ, ਚਾਹੇ ਇਕਨੋਮਿਕਲ ਜਾਂ ਫਾਈਨੈਂਸ਼ੀਅਲ ਕੰਡੀਸ਼ਨ ਦੇ ਕਰਕੇ। ਇਹ ਸਾਡਾ ਮਕਸਦ ਆ, ਸਾਡੇ ਚੈਨਲ ਦਾ ਸਾਡੇ ਇੰਸਟੀਚਿਊਟ ਦਾ ਮਕਸਦ ਆ ਉਹਨਾਂ ਸਟੂਡੈਂਟਾਂ ਨੂੰ ਸਿੱਖਿਅਕ ਕਰਨਾ, ਉਹਨਾਂ ਤੱਕ ਨੌਲੇਜ ਕੀ ਕਰਨਾਗਾ ਪ੍ਰੋਵਾਈਡ ਕਰਨਾ, ਉਹਨਾਂ ਨੂੰ ਨੌਲੇਜ ਮੁਹੱਈਆ ਕਰਵਾਉਣਾ, ਠੀਕ ਹੈ ਜੀ। ਤਾਂ ਸ਼ੁਰੂ ਕਰਦੇ ਹਾਂ ਵੀ ਆਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਟਾਈਮਿੰਗ ਦੇ ਬਾਰੇ ਦੱਸਦਾ ਵੀ ਕੀ ਇਹਦੀ ਟਾਈਮਿੰਗ ਦੇ ਬਾਰੇ ਹੁੰਦੀ ਆਪਣੀ। ਤੁਹਾਨੂੰ ਅੱਧੇ ਜਿਹੜੇ ਸਟੂਡੈਂਟ ਆਉਂਦੇ ਨੂੰ ਟਾਈਮਿੰਗ ਦੇ ਲੈ ਕੇ 6:30 ਵਜੇ ਦੁਬਾਰਾ ਦੱਸਦਾ ਬਈ 6:30 ਵਜੇ ਡੇਲੀ ਕੀ ਆਪਣਾ ਕੀ ਹੈ ਆਪਣਾ ਜੀਕੇ ਦੀ ਕਲਾਸ ਹੋਇਆ ਕਰੂਗੀ। ਜੀਕੇ ਦੀ ਕੀ ਹੈ ਬਈ ਲਾਈਵ, ਜੀਕੇ ਕੀ ਹੈ ਬਈ ਲਾਈਵ ਕਲਾਸ। ਤੇ ਇਹਦੇ ਵਿੱਚ ਕੀ ਹੋਇਆ ਕਰੂਗੀ ਟੈਸਟ ਡਿਸਕਸ਼ਨ। ਇਹਦੇ ਵਿੱਚ ਕੀ ਕਰਾਇਆ ਕਰਾਂਗੇ ਆਪਾਂ ਟੈਸਟ ਡਿਸਕਸ਼ਨ ਆਪਾਂ ਲੈ ਕੇ ਆਉਂਦੇ ਹਾਂ ਕਹਿੰਦੇ ਟੌਪਿਕ ਵਾਈਜ਼। ਟੈਸਟ ਡਿਸਕਸ਼ਨ ਕਿਹਦੇ ਵਾਈਜ਼ ਹੋਇਆ ਕਰਨਗੇ ਆਪਣੇ ਟੌਪਿਕ ਵਾਈਜ਼ ਹੋਇਆ ਕਰਨਗੇ ਜਿਹੜੇ ਸਟੂਡੈਂਟ ਇਹ ਪੁੱਛ ਰਹੇ ਸੀਗੇ ਵੀ, ਠੀਕ ਹੈ ਜੀ। ਉਹ ਤੋਂ ਬਾਅਦ 8 ਵਜੇ ਕਿਹਦਾ ਹੋਇਆ ਕਰੂਗੀ ਆਪਣੀ ਇੰਗਲਿਸ਼ ਦੀ ਕਲਾਸ। 8 ਵਜੇ ਕੀ ਹੈ ਜੀ ਇੰਗਲਿਸ਼ ਦੀ ਕਲਾਸ ਹੁੰਦੀ ਹੈਗੀ। ਇਹਦੇ ਵਿੱਚ ਕੀ ਆ ਰੋਹਿਤ ਸਰ ਕੀ ਆ ਵੀ ਟੈਸਟ ਕੀ ਕਰਾਇਆ ਕਰਨਗੇ ਡਿਸਕਸ਼ਨ ਕਰਾਇਆ ਕਰਨਗੇ, ਕਲੀਅਰ ਆ। ਉਹ ਤੋਂ ਬਾਅਦ ਨੈਕਸਟ ਕੀ ਆ ਜੀ 9:15 ਵਜੇ ਕੀ ਆ ਵੀ ਆਪਣੇ RK ਅਰੋੜਾ ਸਰ ਕੀ ਆ ਮੈਥ ਔਰ ਰੀਜ਼ਨਿੰਗ ਦੇ ਕੀ ਆ ਟੈਸਟ ਡਿਸਕਸ਼ਨ ਕਰਾਇਆ ਕਰਨਗੇ, ਠੀਕ ਹੈ ਜੀ। ਮੈਥ ਔਰ ਰੀਜ਼ਨਿੰਗ ਦੀ ਕੀ ਆ ਟੈਸਟ ਡਿਸਕਸ਼ਨ ਕੀ ਹੈ ਇਹਦੇ ਵਿੱਚ ਤੁਹਾਨੂੰ ਕੀ ਆ ਇਹ ਕਰਵਾਇਆ ਕਰਨਗੇ, ਕਲੀਅਰ ਹੈ ਜੀ। ਇਹ ਸਾਰੇ ਦਾ ਸਾਰਾ ਕੁਝ ਕੀ ਆ ਆਹ ਵਾਲਾ ਸ਼ਡਿਊਲ ਹੋਊਗਾ। ਜਿਹੜਾ ਇਹ ਸ਼ਡਿਊਲ ਆ ਕਿੰਨੇ ਤੋਂ ਲੈ ਕੇ ਕਿਹੜੇ ਦਿਨ ਤੋਂ, ਸੋਮਵਾਰ ਤੋਂ ਲੈ ਕੇ ਜਿਹੜਾ ਇਹ ਹੈਗਾ ਜੀ ਇਹ ਵੀਰਵਾਰ ਤੱਕ ਇਹ ਫੋਲੋ ਕਰਨਾ, ਠੀਕ ਹੈ। ਸੋਮਵਾਰ ਤੋਂ ਲੈ ਕੇ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਤੁਹਾਡੇ ਕੀ ਹੋਇਆ ਕਰਨਗੇ ਫੁੱਲ ਟੈਸਟ ਹੋਇਆ ਕਰਨਗੇ, ਕਲੀਅਰ ਆ ਵੀ। ਹੁਣ ਆਸ ਕਰਦਾਂਗਾ ਆਈ ਹੋਪ ਵੀ ਸਾਰਿਆਂ ਨੂੰ ਇਹ ਚੀਜ਼ ਪਤਾ ਲੱਗ ਗਈ ਹੋਊਗੀ, ਕਲੀਅਰ ਹੋਊਗੀ, ਠੀਕ ਹੈ ਜੀ। ਤਾਂ ਸ਼ੁਰੂ ਕਰਦੇ ਹਾਂ ਆਪਣਾ ਜਿਹੜਾ ਤੁਹਾਡਾ ਟੈਸਟ ਲੈ ਕੇ ਆਇਆ। ਹੁਣ ਆਪਾਂ ਪੋਸਟ ਮੁਗਲ, ਪਹਿਲਾਂ ਆਪਾਂ ਮੁਗਲਾਂ ਬਾਰੇ ਪੜ੍ਹਦੇ ਹੁੰਦੇ ਸੀ ਨਾ ਵੀ ਮੁਗਲਾਂ ਦੇ ਬਾਰੇ ਕੀ ਸੀਗਾ ਜਿਵੇਂ ਬਾਬਰ, ਹਿਮਾਂਜੂ, ਅਕਬਰ, ਠੀਕ ਆ, ਸ਼ਾਹਜਹਾਨ,
औरंगजेब सारिਆਂ ਬਾਰੇ ਪੜਿਆ। ਹੁਣ औरंगजेब ਤੋਂ ਬਾਅਦ ਵਾਲੇ ਜਿਹੜੇ ਸੀਗੇ ਹੁਣ ਉਹਨਾਂ ਬਾਰੇ ਉਹਨਾਂ 'ਚ ਇੱਕ ਟੈਸਟ ਮੈਂ ਪਾਤਾ, ਇੱਕ ਟੈਸਟ ਉਹਨਾਂ 'ਚ ਹੋਰ ਲੈ ਕੇ ਆਉਂਗਾ। ਨੈਕਸਟ ਟੈਸਟ ਵੀ ਕਿਹਦੇ ਵਿੱਚ ਹੋਊਗਾ, ਅੱਜ ਵਾਲਾ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ। ਆ ਟੈਸਟ ਵੀ ਪੋਸਟ ਮੁਗਲ ਪੀਰੀਅਡ ਦੇ ਵਿੱਚੋਂ, ਇੱਕ ਹੋਰ ਟੈਸਟ ਪੋਸਟ ਮੁਗਲ ਦੇ। ਉਹ ਤੋਂ ਬਾਅਦ ਆਪਾਂ ਕਿਹਦੇ ਵੱਲ ਮੂਵ ਕਰਾਂਗੇ, ਆਪਾਂ ਮਾਡਰਨ ਹਿਸਟਰੀ ਨੂੰ ਵੱਲ ਨੂੰ ਆਪਾਂ ਮੂਵ ਕਰਾਂਗੇ। ਬਾਕੀ ਜੇ ਤੁਹਾਡੀ ਵੀ ਕੋਈ ਡਿਮਾਂਡ ਹੁੰਦੀ ਆ ਤਾਂ ਮੈਨੂੰ ਤੁਸੀਂ ਵੀ ਜ਼ਰੂਰ ਦੱਸਿਆ ਕਰੋ ਵੀ ਕਿੱਥੋਂ ਕਿਹੜੇ ਟੌਪਿਕ ਦੇ ਵਿੱਚੋਂ ਟੈਸਟ ਪਾਉਣਾਗਾ, ਤਾਂ ਆਪਾਂ ਤੁਹਾਡੀ ਡਿਮਾਂਡ ਨੂੰ ਵੀ ਕੀ ਕਰਾਂਗੇ, ਆਪਾਂ ਪੂਰਾ ਕਰਾਂਗੇ। ਕਲੀਅਰ ਹੈ ਜੀ। ਹਾਂਜੀ, ਤਾਂ ਪੋਸਟ ਮੁਗਲ ਪੀਰੀਅਡ ਦੇ ਵਿੱਚੋਂ ਕੀ ਹੈ ਜੀ, ਤਾਂ ਜਿਹੜਾ ਇਹ ਕੀ ਆਪਣਾ 7ਵਾਂ ਟੈਸਟ ਆ, ਠੀਕ ਹੈ ਜੀ। 15 ਇਹਦੇ ਵਿੱਚ ਕੀ ਹੋਣਗੇ, ਕੁਐਸਚਨ ਹੋਣਗੇ। ਤਾਂ ਪਹਿਲਾ ਕੁਐਸਚਨ ਕੀ ਆ, ਬਿਲਕੁਲ ਸਕਰੀਨ ਦੇ ਉੱਤੇ ਲੱਗ ਚੁੱਕਿਆ ਗਾ ਬਈ, ਦੇਖੋ ਫਿਰ ਧਿਆਨ ਦੇ ਨਾਲ ਪਹਿਲੇ ਕੁਐਸਚਨ ਨੂੰ। ਵੈਰੀ ਗੁੱਡ ਬਈ, ਵੈਰੀ ਗੁੱਡ, ਸ਼ਾਬਾਸ਼। ਤਾਂ ਮੈਨੂੰ ਆਨਸਰ ਦਿਓ ਫਟਾਫਟ ਵੀ ਕੀ ਆਨਸਰ ਹੋਊਗਾ ਇਹਦਾ, ਠੀਕ ਹੈ ਜੀ। ਕਰੋ ਕਮੈਂਟ, ਕਰਾਂ ਫਟਾਫਟ ਰਿਪਲਾਈ ਕਰਿਆ ਕਰੋ। ਐ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਐ ਆਇਆ ਕਰਨ ਦਿਓ ਕਮੈਂਟ, ਆਪਣਾ ਆਨਸਰ ਤੁਹਾਡਾ ਗੋਲੀ ਵਾਂਗੂ ਕਮੈਂਟ ਕਰਿਆ ਕਰੋ, ਫਟਾਫਟ ਰਿਪਲਾਈ ਕਰਿਆ ਕਰੋ ਜੀ। ਤਾਂ ਇਹਦੇ ਵਿੱਚ ਕੀ ਸੀਗਾ, ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਕੀ ਕਹੇਗਾ। ਡਿਊਰਿੰਗ ਦਿਸ ਰੀਜਨ ਆਫ ਅਕਬਰ ਬਿਗੇਸਟ ਗੋਲਡ ਕੁਆਇਨ ਵਾਜ਼ ਆਲਸੋ ਨੋ। ਅਕਬਰ ਦੇ ਕਹਿੰਦਾ ਪੀਰੀਅਡ ਦੇ ਦੌਰਾਨ ਜਿਹੜਾ ਇੱਕ ਸਭ ਤੋਂ ਵੱਡਾ ਕਹਿੰਦਾ ਇੱਕ ਗੋਲਡ ਕੁਆਇਨ, ਅਕਬਰ ਦੇ ਰਾਜ ਦੌਰਾਨ ਸਭ ਤੋਂ ਵੱਡਾ ਸੋਨੇ ਦਾ ਕਹਿੰਦਾ ਇੱਕ ਸਿੱਕਾ ਚਲਾਇਆ ਗਿਆ ਸੀਗਾ। ਉਹ ਸਿੱਕੇ ਨੂੰ ਕਿਸ ਨਾਂ ਦੇ ਨਾਲ ਜਾਣਿਆ ਜਾਂਦਾ ਸੀਗਾ, ਠੀਕ ਹੈ ਜੀ। ਕੀ ਨਾਂ ਦੇ ਨਾਲ ਕੀ ਉਹ ਸਿੱਕੇ ਨੂੰ ਕੀ ਹੈ ਜਾਣਿਆ ਜਾਂਦਾ ਸੀਗਾ, ਉਹਦੇ ਬਾਰੇ ਪੁੱਛਿਆ। ਇਲਾਹੀ, ਦਾਮ, ਜਲਾਈ ਤੇ ਸ਼ਹਿਨਾਈ ਸ਼ਾਹ ਬੋਲਿਆ ਜਾਂਦਾ, ਸ਼ਹਿਨਾਈ ਸ਼ਾਹ, ਠੀਕ ਹੈ ਜੀ। ਤਾਂ ਕਿਸ ਨਾਂ ਦੇ ਨਾਲ ਕੀ ਹੈ ਇਹਨੂੰ ਜਾਣਿਆ ਜਾਂਦਾ ਗਾ, ਦੱਸੋ ਵੀ ਫਟਾਫਟ ਫਿਰ ਕਮੈਂਟ ਕਰਕੇ ਦੱਸੋ। ਤਾਂ ਆਨਸਰ ਕੀ ਹੈ ਤੁਹਾਡੇ ਸਾਹਮਣੇ ਆ। ਹਾਂ ਵੈਰੀ ਗੁੱਡ ਬਈ, ਬਹੁਤ ਸਾਰੇ ਸਟੂਡੈਂਟਾਂ ਦੇ ਆ ਰਹੇ ਨੇ। ਥੋੜੇ ਜਿਹੇ ਅੱਜ ਮੇਰੇ ਕੋਲੇ ਕਮੈਂਟ ਘੱਟ ਨਜ਼ਰ ਆ ਰਹੇ ਨੇ ਮੇਰੇ ਕੋਲੇ, ਠੀਕ ਹੈ। ਹਾਂਜੀ ਹਾਂ, ਤਾਂ ਕੀ ਸੀਗਾ, ਬਿਲਕੁਲ ਸਹੀ ਆਨਸਰ ਆ ਵੀ ਸਾਰਿਆਂ ਦਾ। ਤਾਂ ਆਨਸਰ ਕੀ ਆਊਗਾ ਜੀ, ਸ਼ਹਿਨਾਈ ਸ਼ਾਹ, ਠੀਕ ਹੈ ਜੀ। ਸ਼ਹਿਨਾਈ ਸ਼ਾਹ ਕੀ ਸੀਗਾ ਵੀ ਆਨਸਰ ਆਊਗਾ, ਠੀਕ ਹੈ ਜੀ ਇਹਦਾ, ਠੀਕ ਹੈ ਜੀ। ਤੇ ਜਿਹੜਾ ਦਾਮ ਸੀਗਾ, ਦਾਮ ਕਿਹਨੇ ਚਲਾਇਆ ਸੀਗਾ, ਆਪਾਂ ਦੇਖਿਆ ਸੀਗਾ ਜਿਹੜਾ ਦਾਮ ਸੀਗਾ, ਦਾਮ ਤੇ ਜਿਹੜਾ ਸਿਲਵਰ ਸੀਗਾ, ਠੀਕ ਹੈ ਜੀ। ਦਾਮ ਤੇ ਜਿਹੜਾ ਸਿਲਵਰ ਸੀਗਾ ਇਹ ਕਿਹਨੇ ਸੀ, ਸ਼ੇਰ ਸ਼ਾਹ ਸੂਰੀ ਨੇ। ਸ਼ੇਰ ਸ਼ਾਹ ਸੂਰੀ ਨੇ ਚਲਾਇਆ ਸੀਗਾ ਦਾਮ ਤੇ, ਠੀਕ ਹੈ ਜੀ। ਦਾਮ ਤੇ ਜਿਹੜਾ ਸਿਲਵਰ, ਸ਼ੇਰ ਸ਼ਾਹ ਸੂਰੀ ਨੇ। ਸ਼ੇਰ ਸ਼ਾਹ ਸੂਰੀ ਦਾ ਸਮਾਂ ਕਿੰਨਾ ਸੀਗਾ ਜੀ, 1540 ਤੋਂ ਲੈ ਕੇ 1545 ਤੱਕ ਦਾ ਇਹਦਾ ਕੀ ਸੀਗਾ ਜੀ, ਸ਼ੇਰ ਸ਼ਾਹ ਸੂਰੀ ਦਾ ਕੀ ਸੀਗਾ ਟਾਈਮ ਪੀਰੀਅਡ ਸੀਗਾ। ਸ਼ੇਰ ਸ਼ਾਹ ਸੂਰੀ ਦਾ 1540 ਤੋਂ ਲੈ ਕੇ 45 ਤੱਕ ਦਾ ਟਾਈਮ ਪੀਰੀਅਡ ਸੀਗਾ। ਤੁਹਾਨੂੰ ਮੈਂ ਦੱਸਿਆ ਸੀਗਾ ਇਹਨੇ ਕੀ ਕੀਤਾ ਸੀਗਾ ਜੀ, ਸੂਰੀਆ ਵੰਸ਼ ਦੀ ਕੀ ਰੱਖੀ ਸੀਗੀ, ਨੀਂਹ ਰੱਖੀ ਸੀ। ਗੱਲ ਕਰਦੇ ਹਾਂ ਹੁਣ ਦਾਮ ਦੀ। ਦਾਮ ਇਹ ਇੱਕ ਕੀ ਸੀ, ਕਾਪਰ ਕੁਆਇਨ ਸੀਗਾ। ਕੀ ਸੀਗਾ ਰਾਜੇ, ਇੱਕ ਇਹ ਕਾਪਰ ਕੁਆਇਨ ਸੀਗਾ। ਕਾਪਰ ਕੁਆਇਨ ਸੀਗਾ ਕਿਹਦੇ ਦੁਆਰਾ ਚਲਾਇਆ ਗਿਆ ਸੀਗਾ, ਸ਼ੇਰ ਸ਼ਾਹ ਸੂਰੀ ਦੇ ਦੁਆਰਾ ਚਲਾਇਆ ਗਿਆ ਸੀਗਾ, ਠੀਕ ਹੈ ਜੀ, ਠੀਕ ਹੈ ਜੀ। ਸ਼ੇਰ ਸ਼ਾਹ ਸੂਰੀ, ਠੀਕ ਹੈ। ਤੇ ਇਹਨੂੰ ਬਚਪਨ ਦਾ ਇਹਦਾ ਨਾਮ ਕੀ ਸੀਗਾ, ਫਰੀਦ ਵੀ ਕਿਹਾ ਜਾਂਦਾ ਇਹਨੂੰ, ਫਰੀਦ ਇਹਦਾ ਨਾਮ ਸੀਗਾ, ਠੀਕ ਹੈ ਜੀ। ਫਿਰ ਇਹਦਾ ਨਾਮ ਕੀ ਪੈ ਗਿਆ ਸੀਗਾ, ਸ਼ੇਰ ਖਾਂ। ਤੇ ਇਹਨੂੰ ਕੀ ਕਿਹਾ ਜਾਂਦਾ ਸੀਗਾ ਜੀ, ਸ਼ੇਰ ਖਾਂ ਵੀ ਇਹਦਾ ਕੀ ਸੀਗਾ ਨਾਮ ਸੀਗਾ, ਫਰੀਦ ਸ਼ੇਰ ਖਾਂ ਇਹਦੇ ਕੀ ਨਾਮ ਸੀਗੇ, ਠੀਕ ਹੈ ਜੀ। ਫਰੀਦ ਔਰ ਸ਼ੇਰ ਖਾਂ, ਠੀਕ ਹੈ। ਬਾਅਦ ਦੇ ਵਿੱਚ ਜਦੋਂ ਕੀ ਆ, ਬਹਰ ਖਾਂ ਲੋਹਾਨੀ, ਬੀ ਤੇ ਬਹਰ, ਬੀ ਤੇ ਬਿਹਾਰ, ਬੀ ਤੇ ਬਹਰ, ਬੀ ਤੇ ਬਿਹਾਰ। ਬਿਹਾਰ ਦਾ ਉਹ ਕੀ ਸੀਗਾ, ਇੱਕ ਸ਼ਾਸਕ ਸੀਗਾ। ਉਹਦਾ ਜਦੋਂ ਸ਼ੇਰ ਖਾਨ ਨੂੰ ਕੀ ਕੀਤਾ ਗਿਆ ਸੀਗਾ, ਬੋਡੀਗਾਰਡ ਬਣਾ ਦਿੱਤਾ ਗਿਆ ਸੀਗਾ, ਠੀਕ ਹੈ ਜੀ। ਤਾਂ ਜੰਗਲਾਂ ਦੇ ਵਿੱਚ ਉਹ ਕੀ ਕਰਦਾ ਸੀਗਾ, ਤੁਹਾਨੂੰ ਮੈਂ ਦੱਸਿਆ ਸੀਗਾ ਰਾਜੇ ਮਹਾਰਾਜੇ ਹੁੰਦੇ ਨੇ ਯਾਰ, ਸ਼ੌਂਕ ਇੱਕ ਅਵੱਲੇ ਹੁੰਦੇ ਨੇ। ਐਂ ਥੋੜਾ ਸੀਗਾ ਵੀ ਐਵੇਂ ਗੇੜੀ ਫੇੜੀ ਲਾਉਣ ਦਾ ਸ਼ੌਂਕ ਹੀ ਨਹੀਂ ਹੁੰਦੇ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਹੈ ਨਾ। ਸ਼ਿਕਾਰ ਖੇਡਦਾ ਸੀਗਾ, ਸ਼ਿਕਾਰ ਖੇਡਦਾ ਸੀਗਾ ਤਾਂ ਉਹਦੇ ਨਾਲ ਉਹਦਾ ਬੋਡੀਗਾਰਡ ਤਾਂ ਨਾਲ ਹੀ ਹੋਊਗਾ। ਤਾਂ ਬੋਡੀਗਾਰਡ ਨਾਲ ਸੀਗਾ ਬਈ ਸ਼ੇਰ ਖਾਂ। ਤਾਂ ਜਦੋਂ ਇੱਕਦਮ ਉਹਦੇ ਉੱਤੇ ਕੀ ਕਰਨਾ, ਲੋਆਇਨ ਦੇ ਦੁਆਰਾ ਉਹਦੇ ਉੱਤੇ ਕੀ ਕੀਤਾ ਜਾਂਦਾ ਗਾ, ਹਮਲਾ ਕੀਤਾ ਜਾਂਦਾ ਗਾ। ਤਾਂ ਉਹ ਆਪਦੀ ਇੱਕੋ ਤਲਵਾਰ ਦੇ ਝਟਕੇ ਦੇ ਨਾਲ ਕੀ ਆ, ਸ਼ੇਰ ਨੂੰ ਕੀ ਕਰ ਦਿੰਦਾ ਗਾ, ਮਾਰ ਦਿੱਤਾ ਜਾਂਦਾ ਗਾ। ਉਸ ਤੋਂ ਬਾਅਦ ਇਹਨੂੰ ਕੀ ਆ, ਸ਼ੇਰ ਖਾਂ ਦਾ ਟਾਈਟਲ ਮਿਲਿਆ ਸੀ। ਤੇ ਜਦੋਂ ਇਹਨੇ ਸੂਰੀਆ ਵੰਸ਼ ਦੀ ਨੀਂਹ ਰੱਖਤੀ ਤਾਂ ਉਸ ਤੋਂ ਬਾਅਦ ਇਹਨੂੰ ਕੀ ਕਿਹਾ ਜਾਣ ਲੱਗਾ ਜੀ, ਸ਼ੇਰ ਸ਼ਾਹ ਸੂਰੀ ਕਿਹਾ ਜਾਂਦਾ ਗਾ, ਠੀਕ ਹੈ ਜੀ। ਸ਼ੇਰ ਸ਼ਾਹ ਸੂਰੀ ਕਿਹਾ ਜਾਂਦਾ ਗਾ। ਕਲੀਅਰ ਹੈ ਜੀ। ਕਿਉਂ ਫੇਮਸ ਆ ਸ਼ੇਰ ਸ਼ਾਹ ਸੂਰੀ, ਸ਼ੇਰ ਸ਼ਾਹ ਸੂਰੀ, ਠੀਕ ਹੈ ਜੀ। ਦੱਸੋ ਵੀ ਕਿਉਂ ਫੇਮਸ ਆ, ਪ੍ਰਸ਼ਾਸਨਿਕ ਕੰਮਾਂ ਨੂੰ ਲੈ ਕੇ, ਐਡਮਿਨਿਸਟ੍ਰੇਸ਼ਨ ਵਰਕ ਦੇ ਵਾਸਤੇ ਕੀ ਹੈ ਇਹ ਬਹੁਤ ਜ਼ਿਆਦਾ ਕੀ ਹੈ ਜੀ, ਫੇਮਸ ਆ ਸ਼ੇਰ ਸ਼ਾਹ ਸੂਰੀ। ਕਿਹਦੇ ਵਾਸਤੇ ਫੇਮਸ ਆ ਜੀ, ਐਡਮਿਨਿਸਟ੍ਰੇਸ਼ਨ ਵਰਕ ਦੇ ਲਈ ਬਹੁਤ ਜ਼ਿਆਦਾ ਫੇਮਸ ਆ। ਇਹਨੇ ਰੁਪਈਆ ਚਲਾਇਆ ਸੀਗਾ, ਰੁਪਈਆ ਬਟ ਕਿਹਨੂੰ ਕਿਹਾ ਜਾਂਦਾ, ਜਿਹੜਾ ਸਿਲਵਰ ਕੁਆਇਨ ਆ ਉਹਨੂੰ ਰੁਪਈਆ ਕਿਹਾ ਜਾਂਦਾ, ਕਾਪਰ ਦੇ ਕੁਆਇਨ ਨੂੰ ਕੀ ਕਿਹਾ ਜਾਂਦਾ ਜੀ, ਦਾਮ ਕਿਹਾ ਜਾਂਦਾ ਸੀਗਾ। ਕਲੀਅਰ ਜੀ। ਜਿਹੜਾ
शहनशाह ਜਿਹੜਾ ਹੈਗਾ ਇਹ ਸੋਨੇ ਦਾ ਸਿੱਕਾ ਸੀਗਾ ਜਿਹੜਾ ਕਿਹਦੇ ਸਮੇਂ ਚੱਲਿਆ ਸੀਗਾ ਜੀ ਇਹ ਅਕਬਰ ਦੇ ਸਮੇਂ ਕੀ ਆ ਚਲਾਇਆ ਗਿਆ ਸੀਗਾ ਕਲੀਅਰ ਹੈ ਜੀ ਇਹ ਕਿਹਦੇ ਸਮੇਂ ਚਲਾਇਆ ਗਿਆ ਸੀਗਾ ਰਾਜੇ ਅਕਬਰ ਦੇ ਸਮੇਂ ਅਕਬਰ ਦੇ ਟਾਈਮ ਆਫ ਪੀਰੀਅਡ ਦੇ ਵਿੱਚ ਕੀ ਹੈ ਇਹਨੂੰ ਚਲਾਇਆ ਗਿਆ ਸੀਗਾ ਸ਼ਹਿਨशाह ਠੀਕ ਹੈ ਜੀ ਇਸ ਸਿੱਕੇ ਨੂੰ ਠੀਕ ਹੈ ਜੀ ਇਸ ਸਿੱਕੇ ਨੂੰ ਅਕਬਰ ਦੇ ਸਮੇਂ ਚੱਲਿਆ ਸੀ ਜੇ ਆਪਾਂ ਅਕਬਰ ਦੇ ਬਾਰੇ ਗੱਲ ਕਰਦੇ ਹਾਂ ਤਾਂ ਬਹੁਤ ਸਾਰਾ ਕੁਝ ਆਪਾਂ ਅਕਬਰ ਦੇ ਬਾਰੇ ਪੜ੍ਹਿਆ ਹੋਇਆਗਾ ਠੀਕ ਹੈ ਜਿਹੜੀ ਚੀਜ਼ डिस्कशन का मतलब मेरा पता की चक्कर आ देखो रे हुण शेरशाह सूरी दे बारे आया सी दाम आया रुपया आया दाम किहनूं कहा जांदा सीगा कॉपर कॉइन नूं ठीक है सिल्वर कॉइन नूं की बोलिया जांदा सीगा रुपया कहा जांदा सी भी जो चीज़ां ये तुहाडे सामने आईयां ने अपना सारी चीज़ नूं खोल के रखना हर एक चीज़ नूं आपां डिस्कशन करनी हैगी उहदी हुण अकबर अकबर दे बारे तुसीं जाणदे हो लगभग सारा कुछ आ पढ़िया 1556 तो लैके 1605 ठीक है जी 1556 ਤੋਂ ਲੈ ਕੇ 1556 ਤੋਂ ਲੈ ਕੇ 1605 ਤੱਕ ਦਾ ਇਹਦਾ ਕੀ ਸੀਗਾ ਟਾਈਮ ਪੀਰੀਅਡ ਆ ਜੀ ਕਿਹਦਾ ਟਾਈਮ ਪੀਰੀਅਡ ਆ ਜੀ ਅਕਬਰ ਦਾ ਟਾਈਮ ਪੀਰੀਅਡ ਹੈਗਾ ਜੀ ਠੀਕ ਹੈ ਜੀ ਬਚਪਨ ਦਾ ਨਾਮ ਇਹਨੂੰ ਕੀ ਕਿਹਾ ਜਾਂਦਾ ਸੀਗਾ ਬਦਰੂਦੀਨ ਬੋਲਿਆ ਜਾਂਦਾ ਸੀ ਚਾਈਲਡਹੁੱਡ ਨੇਮ ਇਹਦਾ ਕੀ ਸੀਗਾ ਇੱਕ ਬਦਰੂਦੀਨ ਸੀਗਾ ਠੀਕ ਹੈ ਜੀ ਬਾਅਦ ਦੇ ਵਿੱਚ ਇਹਦਾ ਨਾਮ ਕੀ ਪਿਆ ਸੀਗਾ ਜਲਾਲੁਦੀਨ ਮੁਹੰਮਦ ਅਕਬਰ ਬਾਅਦ ਦੇ ਵਿੱਚ ਇਹਦਾ ਨਾਮ ਕੀ ਪੈ ਗਿਆ ਸੀਗਾ ਜੀ ਜਲਾਲੁਦੀਨ ਉਰੇ ਲਿਖ ਦਿੰਦੇ ਇੱਧਰਲੀ ਸਾਈਡ ਤੇ ਜਲਾਲੁਦੀਨ ਮੁਹੰਮਦ ਅਕਬਰ ਇਹਦਾ ਕੀ ਸੀਗਾ ਬਾਅਦ ਦੇ ਵਿੱਚ ਇਹਦਾ ਕੀ ਪੈ ਗਿਆ ਸੀਗਾ ਜੀ ਨਾਮ ਪਿਆ ਸੀਗਾ ਜਲਾਲੁਦੀਨ ਮੁਹੰਮਦ ਅਕਬਰ ਇਹਦਾ ਨਾਮ ਪਿਆ ਸੀ ਇਹ ਕੀ ਸੀਗਾ ਜੀ ਇਲਿਟਰੇਟ ਸੀਗਾ ਠੀਕ ਹੈ ਜੀ ਇਲਿਟਰੇਟ ਐਂਡ ਵਾਈਜ਼ ਸੀਗਾ ਇਲਿਟਰੇਟ ਐਂਡ ਵਾਈਜ਼ ਰੂਲਰ ਸੀ ਅਨਪੜ੍ਹ ਤੇ ਇੱਕ ਸਿਆਣਾ ਕੀ ਸੀਗਾ ਇਹ ਬਾਦਸ਼ਾਹ ਸੀਗਾ ਠੀਕ ਹੈ ਜੀ ਅਨਪੜ੍ਹ ਤੇ ਕੀ ਸੀਗਾ ਸਿਆਣਾ ਬਾਦਸ਼ਾਹ ਸੀਗਾ 1560 ਤੋਂ ਲੈ ਕੇ ਅੱਜ ਸਾਰੇ ਪੁਆਇੰਟ ਇਹਦੇ ਰਿਪੀਟ ਕਰਾਉਣਾ 1560 ਤੋਂ ਲੈ ਕੇ 1562 ਤੱਕ ਦਾ ਜਿਹੜਾ ਅਕਬਰ ਦਾ ਸਮਾਂ ਗਾ ਠੀਕ ਹੈ ਜੀ ਹਾਂ ਵੈਰੀ ਗੁੱਡ ਬਈ ਸ਼ਾਬਾਸ਼ ਦੱਸਿਆ ਕਰੋ ਸਾਰੇ ਕਮੈਂਟ ਕਰਿਆ ਕਰੋ 1560 ਤੋਂ ਲੈ ਕੇ 1562 ਤੱਕ ਜਿਹੜਾ ਸਮਾਂ ਗਾ ਉਹਨੂੰ ਕੀ ਬੋਲਿਆ ਜਾਂਦਾ ਗਾ ਜੀ ਪੈਟੀਕੋਟ ਗਵਰਨਮੈਂਟ ਪੈਟੀਕੋਟ ਆਫ ਗਵਰਨਮੈਂਟ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਗਾ ਪੈਟੀਕੋਟ ਦਾ ਮਤਲਬ ਕੀ ਸੀ ਇਹਦਾ ਮਤਲਬ ਕੀ ਆ ਪਰਦੇ ਦਾ ਰਾਜ ਪਰਦੇ ਦਾ ਮਤਲਬ ਰਾਜ ਕੀ ਸੀਗਾ अकबर भी उस समय की बहुत ज़्यादा की सीगा छोटा सीगा अकबर उस समय की सीगा छोटा सीगा जिहड़ा इस राज किया जाता सी उदों की सीगा ਇਹਦੀ ਕੀ ਇੱਕ ਮਾਸੀ ਕਿਹਦੇ ਦੁਆਰਾ ਕੀਤਾ ਜਾਂਦਾ ਸੀ ਮਹਿਮ ਅੰਗਾ ਦੇ ਦੁਆਰਾ ਸਾਰਾ ਦਾ ਸਾਰਾ ਕੀ ਹੈ ਜੀ ਰਾਜ ਭਾਗ ਇਹਦੇ ਦੁਆਰਾ ਕੀਤਾ ਸੀ 2 ਸਾਲ ਇਹਨੇ ਰਾਜ ਕੀਤਾ ਸੀ ਇੱਕ ਲੇਡੀਜ਼ ਨੇ ਰਾਜ ਕੀਤਾ ਤੇ ਲੇਡੀਜ਼ ਦੇ ਜਿਹੜਾ 2 ਸਾਲ 1560 ਤੋਂ ਲੈ ਕੇ 62 ਸਾਲ ਰਾਜ ਕੀਤਾ ਉਹਨੂੰ ਅਸੀਂ ਕੀ ਬੋਲਿਆ ਜਾਂਦਾਗਾ ਪੈਟੀਕੋਟ ਗਵਰਨਮੈਂਟ ਕਿਹਾ ਜਾਂਦਾ ਜਾਂ ਕੀ ਇੱਕ ਪਰਦੇ ਦਾ ਕੀ ਬੋਲਿਆ ਜਾਂਦਾਗਾ ਕਰਟਨ ਰੂਲਰਸ ਦੇ ਨਾਂ ਦੇ ਨਾਲ ਕੀ ਆਣੂ ਜਾਣਿਆ ਜਾਂਦਾਗਾ ਕਲੀਅਰ ਹੈ ਜੀ ਨੈਕਸਟ ਇਹ ਤੋਂ ਬਾਅਦ ਆਪਾਂ ਜੇ ਹੋਰ ਗੱਲ ਕਰੀਏ ਜੇ ਆਪਾਂ ਦੇਖੀ ਜਾਏ 1556 ਦੇ ਵਿੱਚ ਠੀਕ ਹੈ ਜੀ 1556 ਦੇ ਵਿੱਚ ਕੀ ਸੀਗਾ ਜੀ 1556 ਦੇ ਵਿੱਚ ਪਾਣੀਪਤ ਦੀ ਲੜਾਈ ਹੋਈ ਸੀਗੀ ਠੀਕ ਹੈ ਜੀ ਪਾਣੀਪਤ ਦੀ ਦੂਸਰੀ ਲੜਾਈ ਹੋਈ ਸੀ ਸੈਕੰਡ ਬੈਟਲ ਆਫ ਦਾ ਪਾਣੀਪਤ ਸੈਕੰਡ ਬੈਟਲ ਆਫ ਦਾ ਪਾਣੀਪਤ ਸੈਕੰਡ ਬੈਟਲ ਆਫ ਦਾ ਪਾਣੀਪਤ ਦੀ ਕੀ ਸੀਗੀ ਰਾਜੇ ਦੂਸਰੀ ਲੜਾਈ ਕੀ ਲੜੀ ਗਈ ਸੀਗੀ ਕਿਹਦੇ ਵਿਚਕਾਰ ਲੜੀ ਗਈ ਸੀ ਅਕਬਰ ਦੀ ਜਿਹੜਾ ਤਰਫੋਂ ਕੌਣ ਸੀਗਾ ਅਕਬਰ ਦੀ ਤਰਫੋਂ ਕੌਣ ਸੀਗਾ ਬੈਰਮ ਖਾਂ ਅਕਬਰ ਦੀ ਤਰਫੋਂ ਕੌਣ ਸੀਗਾ ਬੈਰਮ ਖਾਂ ਹੁਣ ਬੈਰਮ ਖਾਂ ਕੌਣ ਸੀਗਾ ਵੀ ਇਹ ਵੀ ਦੇਖੋ ਬੈਰਮ ਖਾਂ ਕੌਣ ਸੀ ਬੈਰਮ ਖਾਂ ਕੌਣ ਸੀਗਾ ਬੈਰਮ ਖਾਂ ਕੌਣ ਸੀਗਾ ਹਿਮਾਂਜੂ ਦਾ ਇੱਕ ਕੀ ਸੀਗਾ ਜੀ ਸੈਨਾਪਤੀ ਸੀ ਇਹ ਕੌਣ ਸੀਗਾ ਜੀ ਹਿਮਾਂਜੂ ਦਾ ਕੀ ਸੀਗਾ ਇੱਕ ਆਰਮੀ ਕਮਾਂਡਰ ਸੀਗਾ ਆਰਮੀ ਕਮਾਂਡਰ ਸੀਗਾ ਬੈਰਮ ਖਾਂ ਕੌਣ ਸੀਗਾ ਜੀ ਹਿਮਾਂਜੂ ਦਾ ਇੱਕ ਆਰਮੀ ਕਮਾਂਡਰ ਸੀਗਾ ਇੱਕ ਸੈਨਾਪਤੀ ਸੀਗਾ ਇਸੇ ਬੈਰਮ ਖਾਂ ਨੇ ਅਕਬਰ ਨੂੰ 14 ਸਾਲ ਦੀ ਏਜ ਦੇ ਵਿੱਚ ਕੀ ਹੈ ਜੀ ਇਹਨੂੰ ਕੀ ਕੀਤਾ ਸੀਗਾ ਜੀ ਗੱਦੀ ਦੇ ਉੱਤੇ ਬਿਠਾਇਆ ਸੀਗਾ ਗੱਦੀ ਦੇ ਉੱਤੇ ਕਿੱਥੇ ਬਿਠਾਇਆ ਸੀਗਾ ਜੀ ਗੁਰਦਾਸਪੁਰ ਦੇ ਵਿੱਚ ਕਲਾਨੌਰ ਤੋਂ ਕੀ ਹੈ ਇਹਨਾਂ ਨੇ ਰਾਜਾ ਘੋਸ਼ਿਤ ਕੀਤਾ ਸੀਗਾ ਕਿਹਨੂੰ ਰਾਜਾ ਘੋਸ਼ਿਤ ਕੀਤਾ ਸੀਗਾ ਕਿਹਨੂੰ ਅਕਬਰ ਨੂੰ ਕਿਹਦੇ ਦੁਆਰਾ ਕੀਤਾ ਗਿਆ ਸੀ ਬੈਰਮ ਖਾਨ ਦੁਆਰਾ ਕਿੱਥੋਂ ਕੀਤਾ ਗਿਆ ਸੀਗਾ ਗੁਰਦਾਸਪੁਰ ਦੇ ਕਲਾਨੌਰ ਤੋਂ ਕਲੀਅਰ ਹੈ ਜੀ ਨੈਕਸਟ ਆਪਾਂ ਇਹਦੇ ਵਿੱਚ ਦੇਖੀਏ ਫਿਰ ਐਸੇ ਨੇ ਕੀ ਕੀਤਾ ਸੀਗਾ 1556 ਦੀ ਕੀ ਹੈ ਜੀ ਤੁਹਾਨੂੰ ਮੈਂ ਦੱਸਿਆ ਸੀ ਵੀ ਕਦੇ ਰਾਜਾ ਤਾਂ ਲੜਦਾ ਤੁਸੀਂ ਦੇਖੀ ਨਹੀਂ ਹੋਣਾ ਤਾਂ 1556 ਦੇ ਵਿੱਚ ਅਕਬਰ ਦੀ ਤਰਫੋਂ ਇਹਨੇ ਕੀ ਸੀਗੀ ਜੀ ਪਾਣੀਪਤ ਦੀ ਦੂਸਰੀ ਲੜਾਈ ਲੜੀ ਗਈ ਸੀਗੀ ਠੀਕ ਹੈ ਜੀ ਪਾਣੀਪਤ ਦੀ ਸੈਕੰਡ ਲੜਾਈ ਲੜੀ ਗਈ ਸੀਗੀ ਠੀਕ ਹੈ ਜੀ ਤਾਂ ਕਿਹਦੇ ਵਿਚਕਾਰ ਹੋਈ ਸੀਗੀ ਇਹ ਹੇਮੂ ਦੇ ਨਾਲ ਠੀਕ ਹੈ ਜੀ ਕਿਹਦੇ ਵਿਚਕਾਰ ਹੋਈ ਸੀਗੀ ਜੀ ਅਕਬਰ ਤੇ ਹੇਮੂ ਅਕਬਰ ਨਾਲ ਬ੍ਰੈਕਟ 'ਚ ਕੀ ਪਾਉਣਾ ਆਪਾਂ ਅਕਬਰ ਦੀ ਤਰਫੋਂ ਕੌਣ ਸੀਗਾ ਬੈਰਮ
बैरम खां सीगा, बैरम खां। ते उधर दूसरी साइड ते कौन सीगा जी, हेमू। ठीक है जी, ते हेमू ते बैरम खां दे विचकार लड़ाई हुई सी ते जिहदे विच जिੱਤ किहदी होई सीगी जी, जिੱਤ होई सीगी जी बैरम खां दी। ते हेमू दे मार मार छित्तर की है इहनूं की करता सीगा जी, उरों भजाता सीगा। ठीक है, ਇਹਦੇ ਨਾਲ बहुत ज़्यादा की हुई सी, बुरी हुई सी। ਇਹ ਤਾਂ ਆਪਦੀ ਹਵਾ 'ਚ ਹੀ ਆਪ ਹੀ ਤੁਰਿਆ ਫਿਰਦਾ ਰਹਿੰਦਾ ਸੀ, ਕਹਿੰਦਾ ਮੇਰੇ ਵਰਗਾ ਤਾਂ ਕੋਈ ਵਿਕਰਮਾਦਿੱਤ ਹੀ ਨਹੀਂ, ਮੇਰੇ ਵਰਗਾ ਕਹਿੰਦਾ ਕੋਈ ਵਿਕਰਮਾਦਿੱਤ ਹੀ ਨਹੀਂ। ਪਰ ਉਦੋਂ ਪਤਾ ਲੱਗਿਆ ਜਦੋਂ ਲਿਆ ਕੇ ਹਰਿਆਣੇ ਦੇ ਪਾਣੀਪਤ ਦੇ ਵਿੱਚ ਇਹਦੇ ਮਾਰ ਮਾਰ ਕੇ ਛਿੱਤਰ ਕੀ ਆ ਕੁੱਟਿਆ ਇਹਨੂੰ, ਫਿਰ ਇਹਦੀ ਸੁਰਤ ਕੀ ਆਈ ਸੀਗੀ, ਟਿਕਾਣੇ ਆਈ ਸੀ। ਇਸ ਲੜਾਈ ਦੇ ਵਿੱਚ ਜਿੱਤ ਕਿਹਦੀ ਹੋਈ ਸੀ ਰਾਜੇ, बैरम खां ਦੀ ਜਿੱਤ ਹੋਈ ਸੀ। हेमू कौन आ, हेमू कौन आ बई, हेमू भी एक बंदा गा, शासक आ, कित्थों दा, ਇਹ ਰਿਵਾੜੀ ਦਾ, ਹਰਿਆਣੇ ਦੇ ਕੀ ਆ ਬਈ, ਰਿਵਾੜੀ ਡਿਸਟ੍ਰਿਕਟ ਆ ਨਾ ਹਰਿਆਣੇ ਦੇ, ਰਿਵਾੜੀ ਦਾ ਉੱਥੋਂ ਦਾ ਕੀ ਸੀ, ਸ਼ਾਸਕ ਸੀਗਾ। ਪੰਗੇ ਕਿਹਦੇ ਨਾਲ ਲੈਂਦਾ ਸੀ, ਜਾ ਕੇ ਅਕਬਰ ਨਾਲ ਲੈਂਦਾ ਸੀ। ਫੀਲਿੰਗ ਚੱਕ ਗਿਆ ਸੀ ਪੂਰੀ। हेमू ਕਹਿੰਦਾ ਯਾਰ ਮੈਂ ਵੀ ਨਾ ਰਾਜਾ ਬਣ ਕੇ ਦੇਖਾਂ। ਅਕਬਰ ਤਾਂ ਦੇਖੋ ਜਦੋਂ ਹਿਮਾਂਜੂ ਦੀ ਕੀ ਹੋ ਗਈ, ਡੈਥ ਹੋ ਗਈ ਸੀ। ਹਿਮਾਂਜੂ ਦੀ ਕੀ ਹੋ ਗਈ ਸੀਗੀ, ਡੈਥ ਹੋ ਗਈ ਸੀਗੀ। ਹਿਮਾਂਜੂ ਦੀ ਜਦੋਂ ਡੈਥ ਤੋਂ ਬਾਅਦ ਕੀ ਆ, ਤੁਹਾਨੂੰ ਮੈਂ ਦੱਸਿਆ ਸੀ ਹਿਮਾਂਜੂ ਕੌਣ ਸੀਗਾ, ਇੱਕ ਆਪਣਾ ਅਜਿਹਾ ਸ਼ਾਸਕ ਸੀਗਾ। ਠੀਕ ਹੈ ਜੀ, ਜਿਹੜਾ ਕੀ ਕਰਦਾ ਸੀਗਾ, ਅਫੀਮ ਦਾ ਕੀ ਕਰਦਾ ਸੀਗਾ, ਸੇਵਨ ਕਰਦਾ ਸੀਗਾ, ਹੈ ਨਾ। ਤਾਂ ਜਿਹੜਾ ਹਿਮਾਂਜੂ ਦੀ ਜਿਹੜੀ ਡੈਥ ਹੋਈ ਸੀਗੀ, ਤੁਹਾਨੂੰ ਮੈਂ ਦੱਸਿਆ ਸੀ ਦਿੱਲੀ ਦੀ ਸ਼ੇਰ ਮੰਡਲਾ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਡੈਥ ਹੋ ਗਈ ਸੀ। ਅਫੀਮ ਵਾਲੀ ਖਾਂਦਾ ਸੀ, ਪੀਣਕ ਲੱਗ ਗਈ ਕਿਤੇ, ਕਿਤਾਬ ਪੜ੍ਹਦੇ ਦੀ ਇੱਕ ਲਾਈਨ 'ਤੇ ਖੜਾ ਰਿਹਾ, ਦੇਖਿਆ ਨਹੀਂ ਵੀ ਸਟੈਪ ਪੌੜੀਆਂ ਦੇ ਕਿੱਥੇ ਪੈਰ ਟਿਕਦਾ ਕਿੱਥੇ ਨਾ। ਠੀਕ ਹੈ ਜੀ, ਧੌਣ ਦਾ ਮਣਕਾ ਟੁੱਟ ਕੇ ਕੀ ਇਹਦੀ ਹੋ ਗਈ ਸੀ, ਮੌਤ ਹੋ ਗਈ ਸੀਗੀ। ਠੀਕ ਹੈ ਜੀ, ਉਧਰੋਂ ਮੌਤ ਹੋ ਗਈ। ਉਹਨੇ ਦੇਖਿਆ ਇੱਧਰੋਂ ਮੌਕੇ ਤੇ ਚੌਕਾ ਆ ਬਾਈ ਜੀ ਮਾਰਨ ਨੂੰ ਫਿਰੇ, ਕਹਿੰਦਾ ਉਹਦੀ ਤਾਂ ਮੌਤ ਹੋ ਗਈ, ਕਹਿੰਦਾ ਆਪਾਂ ਚਲੋ ਚੱਲੀਏ। ਇਹ ਆਪਣੇ ਆਪ ਦੇ ਸੈਨਿਕਾਂ ਨੂੰ ਕਹਿੰਦਾ ਵੀ ਚਲੋ ਵੀ, ਕਹਿੰਦਾ ਰੱਥ ਘੋੜੇ ਜੋੜੋ ਤੇ ਚਲੋ ਚੱਲੀਏ। ਕਹਿੰਦਾ ਫਿਰ ਉਹ ਕਹਿੰਦੇ ਵੀ ਹੁਣ ਕਿੱਧਰ ਚੱਲੀਏ, ਇਹੋ ਜਿਹੇ ਵੇਲੇ ਆਥਣ ਦਾ ਸਮਾਂ ਗਾ। ਕਹਿੰਦਾ ਆਥਣ ਉਥਣ ਨਾ ਦੇਖੋ, ਠੀਕ ਹੈ, ਤੇ ਕਹਿੰਦਾ ਬਣਾ ਲਓ ਸਰੀਰ, ਕਹਿੰਦਾ ਆਪਾਂ ਚੱਲਾਂਗੇ ਫਿਰ, ਕਹਿੰਦਾ ਦਿੱਲੀ ਦੇ ਉੱਤੇ, ਕਹਿੰਦਾ ਆਪਾਂ ਰਾਜਾ ਬਣਨਾ। ਕਹਿੰਦਾ ਤੁਸੀਂ ਪਤੰਦਰੋਂ ਹੱਥ ਨੂੰ ਉੱਥੇ ਨਾ ਬੋਲੀ ਉਹਨੂੰ, ਕਹਿੰਦਾ ਆਪਾਂ ਕੀ ਬਣਨਾ, ਇੱਕ ਦਿੱਲੀ ਦਾ ਮੈਂ ਰਾਜਾ ਬਣਨ ਦੇ ਸੁਪਨੇ ਦੇਖੀ ਜਾਂਦਾ। ਤਾਂ ਇੱਧਰ ਇਹ ਕੀ ਜਦੋਂ ਦਿੱਲੀ ਵੱਲ ਚੱਲ ਪਿਆ ਸੀਗਾ, ਉਧਰ ਨਾਲ ਦੀ ਨਾਲ ਇਹੀ ਸੂਚਨਾ ਕਿਹਨੂੰ ਦੇਤੀ ਸੀਗੀ ਜੀ, बैरम खां ਨੂੰ ਜਦੋਂ ਸੂਚਨਾ ਮਿਲ ਗਈ ਵੀ ਰਿਵਾੜੀ ਦਾ ਸ਼ਾਸਕ ਦਿੱਲੀ ਦਾ ਕੀ ਬਣਨਾ ਚਾਹੁੰਦਾ ਗਾ, ਰਾਜਾ ਬਣਨਾ ਚਾਹੁੰਦਾ ਗਾ, ਤਾਂ ਉਹਨੇ ਕੀ ਕੀਤਾ, ਫਟਾਫਟ ਦਿੱਲੀ ਦਾ ਨੈਕਸਟ ਰਾਜਾ ਕਲਾਨੌਰ ਦੇ ਵਿੱਚੋਂ ਅਕਬਰ ਨੂੰ ਕੀ ਕਰਤਾ ਸੀਗਾ ਜੀ, ਘੋਸ਼ਿਤ ਕੀਤਾ ਸੀਗਾ। ਇਹ ਚੀਜ਼ ਹੀ ਸੀ, ਜਦੋਂ ਅਕਬਰ ਨੂੰ ਨੈਕਸਟ ਰਾਜਾ ਦਿੱਲੀ ਦਾ ਘੋਸ਼ਿਤ ਕੀਤਾ ਗਿਆ ਗੁਰਦਾਸਪੁਰ ਦੇ ਕਲਾਨੌਰ ਤੋਂ, ਤਾਂ ਇਹ ਚੀਜ਼ ਉਹਨੂੰ ਕੀ ਨਾ ਹੋਈ, ਬਰਦਾਸ਼ਤ ਨਾ ਹੋਈ। ਵੀ ਲੋਕਾਂ ਵਿੱਚ ਕੀ ਅਫਵਾਹ ਫੈਲ ਗਈ, ਲੋਕ ਕਹਿੰਦੇ ਵੀ ਅਗਲਾ ਕਹਿੰਦਾ ਰਾਜਾ ਕੌਣ ਆ ਮੁਗਲਾਂ ਦਾ, ਕਹਿੰਦੇ ਜੀ ਅਕਬਰ ਆ ਜਲਾਲੁਦੀਨ ਮੁਹੰਮਦ ਦੇ ਨਾਂ ਤੇ ਬੈਠਾ ਸੀ, ਜਲਾਲੁਦੀਨ ਮੁਹੰਮਦ ਅਕਬਰ, ਜਲਾਲੁਦੀਨ ਮੁਹੰਮਦ ਅਕਬਰ, ਲੋਕ ਐਵੇਂ ਕਰਨ ਲੱਗ ਗਏ। ਤਾਂ ਇਹ ਚੀਜ਼ ਇਹਨੂੰ ਕੀ ਨਹੀਂ ਹੋਈ ਸੀ, ਬਰਦਾਸ਼ਤ। ਬਸ ਫਿਰ ਟਾਈਮ ਬੰਨ ਲਿਆ ਦੋਨਾਂ ਨੇ, ਪਾਣੀਪਤ ਦੇ ਸਥਾਨ ਤੇ ਕੀ ਹੈ ਜੀ, ਆਪਸਰੀ ਚ ਦੋਨੇ ਜਣੇ ਗੁੱਥਮ ਮੁੱਥੀ ਹੋ ਗਏ। ਠੀਕ ਆ, ਉੱਥੇ ਕੀ ਹੋਈਆਂ ਵੀ ਲੱਤ ਮਲੱਤੀ ਲੜਾਈਆਂ ਕੀ ਕੀਤੀ ਇਹਨਾਂ ਨੇ, ਤਾਂ ਜਿੱਤ ਕਿਹਦੀ ਹੋ ਗਈ ਜੀ, ਇਹਦੇ ਵਿੱਚੋਂ ਅਕਬਰ ਦੇ बैरम खां ਦੀ। ਕਲੀਅਰ ਹੈ ਜੀ, ਇਹ ਚੀਜ਼ ਸੀਗੀ ਇਹਦੇ ਵਿੱਚ ਜਿਹੜੇ ਅਕਬਰ ਦੇ ਨਾਲ ਰਿਲੇਟਡ ਆ। ਠੀਕ ਹੈ ਜੀ, ਇਹ ਕੁਝ ਸੀਗਾ। ਦੂਸਰਾ ਇਹਦੇ ਵਿੱਚੋਂ ਹੋਰ ਕੀ ਸੀਗਾ ਤੁਹਾਨੂੰ ਮੈਂ ਦੱਸਾਂ, ਜੇ ਆਪਾਂ ਇਹਦੇ ਨਾਲ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਸਮੇਂ ਕੀ ਹੋਈ ਸੀ, ਬੈਟਲ ਆਫ ਦਾ ਹਲਦੀ ਘਾਟੀ, ਇੱਕ ਦੂਸਰਾ ਯੁੱਧ ਹੋਇਆ ਸੀਗਾ, ਇਹ ਵੀ ਤੁਹਾਨੂੰ ਪਤਾ ਹੀ ਆ ਵੀ ਹਲਦੀ ਘਾਟੀ ਦਾ ਯੁੱਧ। ਠੀਕ ਹੈ ਜੀ, ਹਲਦੀ ਘਾਟੀ ਦਾ ਯੁੱਧ ਕੀ ਸੀਗਾ ਵੀ, ਇਹ ਵੀ ਹੋਇਆ ਸੀਗਾ, ਹੈ ਨਾ। ਤਾਂ ਹਲਦੀ ਘਾਟੀ ਦੇ ਯੁੱਧ ਦੇ ਵਿੱਚ ਕੀ ਸੀਗਾ, ਤਾਂ ਇਹ ਕਦੋਂ ਹੋਇਆ ਤੁਹਾਨੂੰ ਮੈਂ ਦੱਸਿਆ ਹੀ ਹੁੰਦਾ ਵੀ, ਇਹ ਤਾਂ ਤੁਹਾਡੇ ਇਹ ਤਾਂ ਭੁੱਲਣਾ ਨਹੀਂ ਚਾਹੀਦਾ। ਤਾਂ 18 ਜੂਨ 1576, 18 ਜੂਨ 1576 ਨੂੰ ਕੀ ਆ ਵੀ, ਇਹ ਕੀ ਆ ਹਲਦੀ ਘਾਟੀ ਦਾ ਯੁੱਧ ਹੋਇਆ। ਠੀਕ ਹੈ ਜੀ, ਜਿਨ੍ਹਾਂ ਨੇ ਕੀ ਆ ਬਈ ਇਸ ਮੇਰੇ ਜਨਮ ਵਾਲੇ ਦਿਨ 18 ਜੂਨ ਨੂੰ ਬਹੁਤ ਸਾਰੀਆਂ ਕੀ ਆ ਬਈ ਤੁਸੀਂ ਬੈਸਟ ਵਿਸ਼ੇਸ ਦਿੱਤੀਆਂ ਨੇ। ਠੀਕ ਹੈ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਥੈਂਕ ਯੂ, ਦਿਲੋਂ ਧੰਨਵਾਦ ਆ ਵੀ ਸਾਰਿਆਂ ਦਾ। ਠੀਕ ਹੈ, ਤਾਂ ਤੁਹਾਨੂੰ ਮੈਂ ਦੱਸਿਆ ਸੀਗਾ ਬਹੁਤ ਸਾਰਾ ਪਿਆਰ ਬੱਚਿਆਂ ਦਾ ਦੇਖਣ ਨੂੰ ਮਿਲਿਆ, ਤਾਂ ਤੁਹਾਡਾ ਬਸ ਇਹ ਪਿਆਰ ਹਮੇਸ਼ਾ ਐਂ ਹੀ ਬਰਕਰਾਰ ਰਹੇ। ਠੀਕ ਹੈ ਜੀ, ਤੇ ਦੂਸਰੀ ਗੱਲ ਇਹ ਚੀਜ਼ ਆ ਵੀ ਰਾਜੇ, ਇਹ ਸਿਰਫ ਆਪਾਂ ਪਿਆਰ ਤਾਂ ਗਾ, ਠੀਕ ਹੈ ਵੀ ਤੁਸੀਂ ਤੁਹਾਡੀ ਪੜ੍ਹਾਈ ਦੇ ਨਾਲ ਨਾਲ ਪਿਆਰ ਦੇ ਨਾਲ ਨਾਲ ਆਪਾਂ ਪੜ੍ਹਾਈ ਵੀ ਆਪਦੀ ਐਂ ਰੱਖਣੀ ਹੈਗੀ, ਤੇ ਆਪਦੀ ਪੜ੍ਹਾਈ ਨੂੰ ਵੀ ਤੁਸੀਂ ਅੱਗੇ ਕੰਟੀਨਿਊ ਰੱਖੋ। ਠੀਕ ਹੈ, ਕਿਸੇ ਵੀ ਕਿਸਮ ਦੀ ਸਟੱਡੀ ਦੇ ਨਾਲ ਕੋਈ ਵੀ ਕਿਸੇ ਕਿਸਮ ਦੀ ਕੋਈ ਜੇ ਕੋਈ ਹੈਲਪ ਦੀ ਜ਼ਰੂਰਤ ਹੁੰਦੀ ਆ, ਅਸੀਂ ਸਾਡੀ ਸਾਰੀ ਫੁੱਲ ਟੀਮ ਤੁਹਾਡੇ ਵਾਸਤੇ ਕੀ ਅਰੋੜਾ ਕਲਾਸਿਸ ਤੁਹਾਡੇ ਵਾਸਤੇ ਆਲਵੇਜ਼ ਹਮੇਸ਼ਾ ਹਾਜ਼ਰ ਹੈ ਤੁਹਾਡੇ। ਠੀਕ ਹੈ ਜੀ, ਹਰ ਇੱਕ ਤੁਹਾਡੀਆਂ ਕੀ ਸਮੱਸਿਆਵਾਂ ਦੇ ਹੱਲ ਅਸੀਂ ਕਰਾਂਗੇ। ਠੀਕ ਹੈ, ਤਾਂ ਹਾਂ ਸਾਡਾ ਇੱਕੋ ਇੱਕ ਮਕਸਦ ਆ ਵੀ ਹਰ ਇੱਕ ਸਟੂਡੈਂਟ ਨੂੰ ਕੀ ਕਰਨਾ, ਪੜ੍ਹਾਉਣਾ ਗਾ। ਫਿਰ ਆਹੀ ਫੰਕਸ਼ਨ ਜੋ ਆਪਾਂ ਬਰਥਡੇ ਵਗੈਰਾ ਸੈਲੀਬ੍ਰੇਟ ਕਰਦੇ ਹਾਂ, ਇਹੀ ਫਿਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈਗੀ ਜਦੋਂ ਕਿ ਆਪਾਂ ਆਪਦੇ ਟਾਰਗੇਟ ਨੂੰ, ਆਪਾਂ ਆਪਦੀਆਂ ਮੰਜ਼ਿਲਾਂ ਨੂੰ ਜਦੋਂ ਆਪਾਂ ਪ੍ਰਾਪਤ ਕਰ ਲੈਂਦੇ ਹਾਂ, ਫਿਰ ਇਹ ਜਿਹੜੀਆਂ ਖੁਸ਼ੀਆਂ ਨੇ ਨਾ, ਫਿਰ ਇਹ ਉਦੋਂ ਦੁੱਗਣੀਆਂ ਚੁੱਗਣੀਆਂ ਹੁੰਦੀਆਂ ਨੇ। ਠੀਕ ਹੈ ਨਾ, ਇਹ ਸਾਰਾ ਕੁਝ ਫਿਰ ਹੀ ਸੋਹਣਾ ਲੱਗਦਾ। ਵਨਸ ਅਗੇਨ
ਧੰਨਵਾਦ ਸਾਰਿਆਂ ਨੇ ਜਿਨ੍ਹਾਂ ਨੇ ਕੀ ਬੈਸਟ ਵਿਸ਼ੇਸ ਦਿੱਤੀਆਂ ਸੀਗੀਆਂ ਜੀ 18 ਜੂਨ ਨੂੰ। ਠੀਕ ਹੈ ਜੀ। ਤਾਂ ਇਹ ਇਸ ਦਿਨ ਕੀ ਸੀ, ਹਲਦੀ ਘਾਟੀ ਦਾ ਕੀ ਹੋਇਆ ਸੀਗਾ ਜੀ, ਯੁੱਧ ਵੀ ਹੁੰਦਾ ਗਾ। ਹਲਦੀ ਘਾਟੀ ਦਾ ਕੀ ਹੁੰਦਾ ਗਾ ਰਾਜੇ, ਇਹ ਯੁੱਧ ਹੈਗਾ। ਠੀਕ ਹੈ, ਚਲੋ ਨੈਕਸਟ ਕੁਐਸਚਨ ਦੇ ਵੱਲ ਆਪਾਂ ਮੂਵ ਕਰ ਦਿਆਂਗੇ। ਠੀਕ ਹੈ, ਅਗਲਾ ਕੁਐਸਚਨ ਕੀ ਆ, ਦੇਖੋ ਬਈ ਦੇਖੋ, ਹੂ ਵਿਲਟ ਦਾ ਬਾਬਰੀ ਮੋਸਕਿਊ ਇਨ ਅਯੋਧਿਆ। ਹੂ ਵਿਲਟ ਦਾ ਬਾਬਰੀ ਮੋਸਕਿਊ ਇਨ ਅਯੋਧਿਆ ਦੇ ਵਿੱਚ ਕਹਿੰਦਾ ਜਿਹੜਾ ਬਾਬਰੀ ਮੋਸਕਿਊ ਆ, ਬਾਬਰੀ ਮਸਜਿਦ ਆ, ਉਹਦਾ ਨਿਰਮਾਣ ਕਿਹਨੇ ਕਰਵਾਇਆ। ਹੂ ਵਿਲਟ ਦਾ ਬਾਬਰੀ ਮੋਸਕਿਊ ਇਨ ਅਯੋਧਿਆ ਦੇ ਵਿੱਚ ਜੋ ਬਾਬਰੀ ਮੋਸਕਿਊ ਆ ਬਈ, ਉਹਦਾ ਨਿਰਮਾਣ ਕਿਹਨੇ ਕਰਵਾਇਆ। ਤਾਂ ਦੱਸੋ ਬਈ ਇਹਦਾ ਨਿਰਮਾਣ ਕਿਹਨੇ ਕਰਾਇਆ। ਬਹੁਤ ਹੀ ਸੌਖਾ ਗਾ ਬਈ। हाँ वैरी गुड बई, वैरी गुड, काफ़ी सारे स्टूडेंटां दा सही आ रहा गा। ठीक है, तो देखो की आंसर बनता बाबरी मॉस्क्यू जिहड़ा अयोध्या दे विच, तां इहदा हाँ वैरी गुड बई, तां इहदा आंसर की आऊगा मीर वाकी। तां इहदा आंसर की है जी, मीर वाकी ने की है जी, इहदा की कीता सीगा जी, बाबरी मॉस्क्यू का की निर्माण कराया सी। आंसर बिल्कुल सही है, मीर बाकी। ठीक है जी, मीर बाकी दे द्वारा की आ ਇਹਦਾ ਨਿਰਮਾਣ ਕਰਾਏਗਾ। ਮੀਰ ਬਾਕੀ ਕਿਹਦੇ ਅੰਡਰ ਰਹਿ ਕੇ ਕੰਮ ਕਰਦਾ ਸੀਗਾ, ਕਿਹਦੀ ਸੈਨਾ ਦੇ ਵਿੱਚ ਸੀਗਾ, ਬਾਬਰ ਦੀ। ਕਿਉਂਕਿ ਹੁਣ ਦੇਖੋ ਆਪਸ਼ਨਾਂ ਦੇਖੋ, ਇਹ ਜੇ ਜਿਹੜੇ ਕੁਐਸਚਨ ਹੈ ਨਾ, ਇਹ ਚੀਜ਼ਾਂ ਕਿਹਦੇ ਵਿੱਚ ਆਉਂਦੀਆਂ ਨੇ, PPSC ਦੇ ਪੇਪਰਾਂ ਦੇ ਵਿੱਚ। ਦੇਖੋ ਜੋ ਮੀਰ ਬਾਕੀ ਸੀ ਇਹ ਸੈਨਾ ਦੇ ਵਿੱਚ ਸੀ, ਕਿਹਦੀ ਸੈਨਾ ਦੇ ਵਿੱਚ, ਬਾਬਰ ਦੀ ਚ। ਉਹਨਾਂ ਨੇ ਆਪਸ਼ਨ ਬਾਬਰ ਵੀ ਪਾਈ ਹੈ ਤੇ ਮੀਰ ਬਾਕੀ ਵੀ। ਠੀਕ ਹੈ ਜੀ, ਮੀਰ ਬਾਕੀ ਤੇ ਬਾਬਰ। ਠੀਕ ਹੈ ਜੀ, ਜੇ ਤਾਂ ਉਰੇ ਉਹ ਲਿਖ ਦਿੰਦਾ ਗਾ ਆਂਸਰ ਵੀ A ਐਂਡ D ਵੀ, ਤਾਂ ਆਪਾਂ ਆ ਵੀ ਟਿਕ ਕਰ ਸਕਦੇ ਸੀ। ਤਾਂ ਆਂਸਰ ਕੀ ਆ ਸਕਦਾ ਸੀ, A ਐਂਡ D ਦੋਨੋਂ ਬਣਦੇ ਨੇ। ਕਿਉਂਕਿ ਬਾਬਰ ਦੇ ਅੰਡਰ, ਬਾਬਰ ਦੇ ਹੁਕਮਾਂ ਦੇ ਅਨੁਸਾਰ ਤਾਂ ਮੀਰ ਬਾਕੀ ਨੇ ਕੀ ਕੀਤਾ ਸੀਗਾ, ਇਹਦੀ ਕੀ ਕਰਾਈ ਸੀਗੀ ਜੀ, ਸਥਾਪਨਾ ਕਰਾਈ ਸੀਗੀ। ਮੀਰ ਬਾਕੀ ਕੌਣ ਸੀ, ਬਾਬਰ ਦੇ ਅੰਡਰ ਸੀ, ਇਹਦੀ ਆਰਮੀ ਦੇ ਵਿੱਚ ਸੀ। ਉਹਦੇ ਕਹਿਣ ਤੇ ਕੀ ਹੈ, ਜਿਹੜੀ ਬਾਬਰੀ ਮਸਜਿਦ ਸੀ ਅਯੋਧਿਆ ਦੇ ਵਿੱਚ, ਉਹਦੀ ਕੀ ਕਰਵਾਈ ਗਈ ਸੀਗੀ ਜੀ, ਸਥਾਪਨਾ ਕਰਾਈ ਗਈ ਸੀ। ਕਲੀਅਰ ਆ। ਬਾਬਰ ਦੇ ਬਾਰੇ ਤਾਂ ਕਹਿਣਾ ਹੀ ਕੀ ਆ, ਬਾਬਰ ਇੱਕ ਕਾਬਲ ਦਾ ਕੀ ਸੀਗਾ, ਰਾਜਾ ਸੀ, ਇੱਕ ਕਾਬਲ ਦਾ ਸ਼ਾਸਕ ਸੀਗਾ। ਠੀਕ ਹੈ ਜੀ, ਕਾਬਲ ਦਾ ਇੱਕ ਕੀ ਸੀਗਾ, ਸ਼ਾਸਕ ਸੀਗਾ। ਕਾਬਲ ਤੋਂ ਆਇਆ ਸੀਗਾ, ਲੜਾਈਆਂ ਲੜੀਆਂ ਨੇ, ਪਾਣੀਪਤ ਦਾ ਯੁੱਧ, ਖਾਨਵਾ ਦਾ ਯੁੱਧ, ਇਬਰਾਹਿਮ ਲੋਧੀ ਦੇ ਨਾਲ ਸੀ ਪਾਣੀਪਤ ਦਾ, ਖਾਨਵਾ ਦਾ ਰਾਣਾ ਸਾਂਗਾ ਦੇ ਨਾਲ। ਠੀਕ ਹੈ ਜੀ, ਪਾਣੀਪਤ ਦਾ ਹੋ ਗਿਆ, ਖਾਨਵਾ ਦਾ ਹੋ ਗਿਆ, ਦੁਆ ਚੰਦੇਰੀ ਦਾ ਹੋ ਗਿਆ ਸੀਗਾ। ਠੀਕ ਹੈ ਜੀ, ਇਹ ਸਾਰੇ ਦੇ ਸਾਰੇ ਜਿਹੜੇ ਯੁੱਧ ਸੀਗੇ ਆਪਾਂ ਬਾਬਰ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਡਿਸਕਸ਼ਨ ਕੀਤੇ ਨੇ। ਹੋਰ ਆਪਾਂ ਕੀ ਕੀਤਾ ਹੋਇਆ ਜੀ ਬਾਬਰ ਦੇ ਬਾਰੇ, ਬਾਬਰ ਨੇ ਕੀ ਕੀਤਾ ਹੋਇਆ ਰਾਜੇ, ਮੈਂ ਤੁਹਾਨੂੰ ਦੱਸਿਆ ਸੀਗਾ ਬਾਬਰ ਨੇ ਕੀ ਆਪਣਾ ਜਿਹੜਾ ਸੀਗਾ ਬਾਬਰ ਦੇ ਦੁਆਰਾ ਕੀ ਆ, ਤੁਲਗਮਾ ਯੁੱਧ ਨੀਤੀ ਤੇ ਦੂਸਰਾ ਹੋਰ ਕੀ ਸੀਗਾ, ਤੁਲਗਮਾ ਯੁੱਧ ਨੀਤੀ ਤੋਂ ਬਾਅਦ ਹੋਰ ਕੀ ਤੁਹਾਨੂੰ ਮੈਂ ਦੱਸਿਆ, ਸਿੱਖ ਰੂਮੀ ਆਟਮਸ ਦੀ ਵਰਤੋਂ ਕੀਤੀ ਗਈ ਸੀ। ਕਹਿਣ ਦਾ ਮਤਲਬ ਤੋਪਾਂ ਦੀ ਵਰਤੋਂ ਕੀਤੀ ਗਈ ਸੀ, ਤਾਂ ਕਰਕੇ ਬਾਬਰ ਕੀ ਕੀਤਾ ਸੀਗਾ, ਯੁੱਧ ਜਿੱਤਿਆ ਸੀਗਾ। ਇਹ ਸਾਰਾ ਦਾ ਸਾਰਾ ਕੁਝ ਆਪਾਂ ਕੀ ਕੀਤਾ ਹੋਇਆ, ਡਿਸਕਸ਼ਨ ਕੀਤਾ ਹੋਇਆ ਪਹਿਲਾਂ ਵਾਲੇ ਵਿੱਚ। ਠੀਕ ਹੈ ਨਾ ਜੀ। ਇਹ ਤੋਂ ਬਾਅਦ ਹਿਮਾਂਜੂ ਦਾ ਪਹਿਲੀ ਗੱਲ ਤਾਂ ਇੱਥੋਂ ਹੀ ਕੁਐਸਚਨ ਆਉਂਦਾ ਗਾ ਵੀ ਹਿਮਾਂਜੂਨਾਮਾ ਦੀ ਰਚਨਾ ਕਿਹਨੇ ਕੀਤੀ ਹੈਗੀ। ਜਿਹੜੇ ਹਿਮਾਂਜੂਨਾਮਾ ਦੀ ਰਚਨਾ ਕਿਹਨੇ ਕੀਤੀ ਹੈ ਜੀ, ਇਹਦੀ ਹਾਫ ਸਿਸਟਰ ਕੌਣ ਸੀਗੀ, ਗੁਲਬਦਨ ਬੇਗਮ ਨੇ ਹਿਮਾਂਜੂਨਾਮਾ ਦੀ ਕੀ ਕੀਤੀ ਹੈ ਜੀ, ਰਚਨਾ ਕੀਤੀ ਹੈ। ਹਿਮਾਂਜੂ ਇੱਕ ਕੀ ਸੀਗਾ, ਤੁਹਾਨੂੰ ਦੱਸਿਆ ਸੀ, ਇੱਕ ਨਸ਼ੇੜੀ ਕੀ ਸੀਗਾ, ਇੱਕ ਬਾਦਸ਼ਾਹ ਸੀਗਾ। ਠੀਕ ਹੈ, ਇਹਦਾ ਟਾਈਮ ਪੀਰੀਅਡ ਕੀ ਆ, 2 ਟਾਈਮ ਸਮਿਆਂ ਦੇ ਵਿੱਚ ਇਹਨੂੰ ਵੰਡਿਆ ਜਾਂਦਾ। 1530 ਤੋਂ ਲੈ ਕੇ, ਇਹ ਤਾਂ ਯਾਦ ਰੱਖਿਓ, 1530 ਤੋਂ ਲੈ ਕੇ 1540, 1530 ਤੋਂ ਲੈ ਕੇ 40, ਫਿਰ 1555 ਤੋਂ ਲੈ ਕੇ 1556 ਤੱਕ ਇਹਦਾ ਕੀ ਹੈ ਜੀ, ਇਹ ਟਾਈਮ ਪੀਰੀਅਡ ਆ। ਕਿਉਂਕਿ 1540 ਤੋਂ ਲੈ ਕੇ 1555 ਤੱਕ ਕੌਣ ਸੀਗਾ ਜੀ, ਸੂਰਿਆ ਵੰਸ਼ ਦਾ ਕੀ ਰਹਿੰਦਾ ਗਾ ਜੀ, ਰਾਜ ਰਹਿੰਦਾ ਗਾ, ਸੂਰਿਆ ਵੰਸ਼ ਦਾ। ਕਲੀਅਰ ਹੈ ਜੀ। ਤਾਂ ਇਹ ਸੀਗਾ ਇਹਦੇ ਵਿੱਚ ਬਾਬਰ ਬਾਰੇ ਹੋ ਗਿਆ, ਹਿਮਾਂਜੂ ਹੋ ਗਿਆ। ਜਿਹੜਾ ਨਿਜ਼ਾਮ ਉਲ ਮੁਲਕ ਸੀਗਾ, ਠੀਕ ਹੈ ਜੀ, ਨਿਜ਼ਾਮ ਉਲ ਮੁਲਕ ਨੇ ਕੀ ਕੀਤਾ ਸੀਗਾ, ਇਹਨੇ ਹੈਦਰਾਬਾਦ ਦੀ ਕੀ ਕੀਤੀ ਹੈ ਰਾਜੇ, ਸਥਾਪਨਾ ਕੀਤੀ ਹੈਗੀ। ਠੀਕ ਹੈ ਜੀ, ਇਹਨੇ ਕੀ ਕੀਤੀ ਸੀਗੀ ਜੀ, ਹੈਦਰਾਬਾਦ ਦੀ ਇਹਨੇ ਕੀ ਕੀਤੀ ਹੈਗੀ, ਸਥਾਪਨਾ ਕੀਤੀ ਹੋਈ ਹੈਗੀ। ਹੈਦਰਾਬਾਦ ਨੂੰ ਵਸਾਇਆ ਗਾ ਇੰਡੀਪੈਂਡੈਂਟ ਸਟੇਟ ਦੇ ਅੰਡਰ ਹੈਦਰਾਬਾਦ। ਠੀਕ ਹੈ ਜੀ, ਕਲੀਅਰ ਆ, ਪਤਾ ਲੱਗ ਗਿਆ ਇਹ ਕੁਐਸਚਨ ਜੀ। ਚਲੋ ਜੀ ਨੈਕਸਟ ਕੁਐਸਚਨ, ਦਾ ਹਿਸਟੋਰੀਅਨ ਅਬੁਲ ਫੈਜ਼ਲ ਕਿਲਡ ਬਾਈ, ਦਾ ਹਿਸਟੋਰੀਅਨ ਅਬੁਲ ਫੈਜ਼ਲ ਦੀ ਨੂੰ ਕਿਹਨੇ ਮਾਰਿਆ ਸੀਗਾ, ਦੱਸੋ ਜੀ। ਜਿਹੜਾ ਹਿਸਟੋਰੀਅਨ ਸੀਗਾ ਹੇਮੂ। ਪਹਿਲੀ ਗੱਲ ਤੁਹਾਨੂੰ ਦੱਸਦਾ, ਹੇਮੂ, ਇਹਨੇ ਆਂਸਰ ਦਿਓ। ਹੇਮੂ ਇਹ ਕੌਣ ਸੀਗਾ, ਹੇਮੂ ਬਿਕਰਮਾਦਿੱਤਿਆ ਸੀਗਾ, ਉਹੀ ਆਪਣਾ ਰਿਵਾੜੀ ਵਾਲਾ ਰਾਜਾ। ਠੀਕ ਹੈ ਜੀ,
ਜਿਹਨੇ ਪਾਣੀਪਤ ਦੇ ਦੂਸਰੇ ਯੁੱਧ ਦੇ ਵਿੱਚ ਛਿੱਤਰ ਖਾਦੇ ਸੀਗੇ, ਲੜਾਈ ਹੋਈ ਸੀਗੀ, ਠੀਕ ਹੈ ਜੀ, ਉਹੀ ਹੇਮੂ ਸੀ। ਤੇ ਲਾਸਟ ਵਿਕਰਮਾਦਿੱਤਿਆ ਦੀ ਪਦਵੀ ਧਾਰਨ ਕਰਨ ਵਾਲਾ ਸੀ ਇਹ। ਲਾਸਟ ਵਿਕਰਮਾਦਿੱਤਿਆ ਦੀ ਕੀ ਹੈ, ਇਹਨੇ ਪਦਵੀ ਧਾਰਨ ਕੀਤੀ ਸੀ। ਲਾਸਟ ਰਾਜਾ ਸੀ, ਮਤਲਬ ਕਹਿਣ ਦਾ ਮਤਲਬ 14ਵਾਂ ਰਾਜਾ ਸੀ। ਪਹਿਲਾ ਕੌਣ ਸੀਗਾ? ਪਹਿਲਾਂ ਤੁਹਾਨੂੰ ਦੱਸਿਆ ਹੋਏਗਾ ਚੰਦਰਗੁਪਤਾ ਸੀ। ਪਹਿਲਾ ਕੌਣ ਸੀਗਾ? ਚੰਦਰਗੁਪਤ ਸੈਕਿੰਡ। ਚੰਦਰਗੁਪਤ ਸੈਕਿੰਡ ਸੀਗਾ। ਇਹ ਕਿਹਦੇ ਵਿੱਚ ਆਊਗਾ? ਚੰਦਰਗੁਪਤ ਸੈਕਿੰਡ ਗੁਪਤਿਆਂ ਪੀਰੀਅਡ ਦੇ ਵਿੱਚ ਆਪਾਂ ਇਹਦੇ ਬਾਰੇ ਪੜ੍ਹਦੇ ਹੁੰਦੇ ਆਂਗੇ। ਕਲੀਅਰ ਹੈ ਜੀ। ਇਹ ਤੋਂ ਬਾਅਦ ਸੀਗਾ ਸ਼ਾਹਜਹਾਂ। ਸ਼ਾਹਜਹਾਂ ਦੇ ਬਾਰੇ ਸਾਰੇ ਜਣੇ ਜਾਣਦੇ ਹੋ। ਕਿਹਦੇ ਨਾਲ ਪਿਆਰ ਹੁੰਦਾਗਾ? ਮੁਮਤਾਜ਼ ਦੇ ਨਾਲ। ਠੀਕ ਹੈ ਜੀ, ਕਿਹਦੇ ਨਾਲ ਹੁੰਦਾਗਾ? ਮੁਮਤਾਜ਼ ਮਹਿਲ ਜਾਂ ਮੁਮਤਾਜ਼ ਦੇ ਨਾਲ ਇਹਦਾ ਕੀ ਆ ਵੀ ਪਿਆਰ ਹੋ ਜਾਂਦਾਗਾ। ਠੀਕ ਹੈ ਜੀ। ਪਤਾ ਲੱਗ ਗਿਆ ਜੀ। ਇਹ ਤੋਂ ਬਾਅਦ ਕੀ ਹੁੰਦਾਗਾ? ਇਹੀ ਜਿਹੜਾ ਸ਼ਾਹਜਹਾਨ ਸੀਗਾ, ਇਹ ਕੀ ਹੈ ਜੀ, ਆਗਰਾ ਦੇ ਵਿੱਚ ਕੀ ਹੈ ਜੀ, ਤਾਜ ਮਹਿਲ ਦੀ ਕੀ ਕਰਦਾਗਾ ਜੀ, ਕੰਸਟਰਕਸ਼ਨ ਕਰਾਉਂਦਾਗਾ। ਅਜਮੇਰੀ ਗੇਟ, ਲਾਹੌਰੀ ਗੇਟ, ਦਿੱਲੀ ਗੇਟ, ਜਿੰਨੇ ਵੀ ਤੁਹਾਨੂੰ ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਆ ਜਾਣ ਗੇਟਾਂ ਨਾਲ ਰਿਲੇਟਡ, ਮਗਰ ਲਿਖਿਆ ਹੋਵੇ ਗੇਟ, ਅਜਮੇਰੀ ਗੇਟ, ਲਾਹੌਰੀ ਗੇਟ, ਮਗਰ ਗੇਟ ਲਿਖਿਆ ਹੋਵੇ ਵੀ ਉਹਦੀ ਕੰਸਟਰਕਟ ਕਿਹਨੇ ਬਣਾਏ ਨੇ, ਤਾਂ ਕੀ ਲਾ ਦਿਓ ਇੰਡੀਆ ਗੇਟ ਛੱਡ ਕੇ, ਇੰਡੀਆ ਗੇਟ ਛੱਡ ਕੇ, ਤਾਂ ਉਹ ਕਿਹਨੇ ਬਣਾਇਆਗਾ ਜੀ? ਸ਼ਾਹਜਹਾਨ ਨੇ। ਠੀਕ ਹੈ ਜੀ, ਪਤਾ ਲੱਗ ਗਿਆ ਵੀ। ਤਾਂ ਸ਼ਾਹਜਹਾਨ ਦੇ ਦੁਆਰਾ ਕੀ ਆ, ਤਿੰਨੇ ਦੀਆਂ ਕੀ ਸੀਗੀਆਂ, ਦੀਆਂ ਬੇਟੀਆਂ ਸੀਗੀਆਂ। ਠੀਕ ਹੈ ਜੀ, ਜਹਾਨੇਰਾ, ਰੋਸ਼ਨੇਰਾ ਤੇ ਗੁਹਾਨੇਰਾ। ਠੀਕ ਹੈ ਜੀ, ਕਲੀਅਰ ਹੈ ਜੀ। 1628 ਤੋਂ ਲੈ ਕੇ 58 ਤੱਕ, 1628 ਤੋਂ ਲੈ ਕੇ 58 ਤੱਕ ਇਹ ਕੀ ਹੈ ਜੀ, ਗੱਦੀ ਦੇ ਉੱਤੇ ਬੈਠਾ ਸੀ। 1628 ਤੋਂ ਲੈ ਕੇ 1658 ਤੱਕ ਇਹ ਕੀ ਹੈ ਜੀ, ਗੱਦੀ ਦੇ ਉੱਤੇ ਬੈਠਾ ਸੀਗਾ। ਤਿੰਨ ਬੇਟੀਆਂ ਸੀ। ਕਿਹੜੀਆਂ ਕਿਹੜੀਆਂ ਸੀ? ਗੁਹਾਨੇਰਾ, ਰੋਸ਼ਨੇਰਾ। ਠੀਕ ਹੈ ਜੀ। ਤਾਂ ਇਹ ਇਹਦੀਆਂ ਕੀ ਸੀਗੀਆਂ, ਜਿਹੜੀਆਂ ਤਿੰਨ ਬੇਟੀਆਂ ਦੇ ਨਾਮ ਮੈਂ ਤੁਹਾਨੂੰ ਪਹਿਲਾਂ ਵੀ ਬੋਲੇ ਨੇ। ਤਿੰਨ ਬੇਟੀਆਂ ਸੀਗੀਆਂ ਤੇ ਚਾਰ ਇਹਦੇ ਬੇਟੇ ਸੀਗੇ। ਠੀਕ ਹੈ ਜੀ। ਦਾਰਾ ਸ਼ਿਖੋ, ਔਰੰਗਜ਼ੇਬ, ਮੁਰਾਦ ਬਖਸ਼ ਤੇ ਸ਼ਾਹ ਸ਼ੁਹਜਾ। ਕਿਹੜੇ ਕਿਹੜੇ ਦੁਬਾਰੇ ਰਿਪੀਟ ਕਰ ਦਾਂਗਾ। ਦਾਰਾ ਸ਼ਿਖੋ, ਔਰੰਗਜ਼ੇਬ, ਮੁਰਾਦ ਬਖਸ਼ ਤੇ ਸ਼ਾਹ ਸ਼ੁਹਜਾ, ਇਹਦੇ ਕੀ ਸੀਗੇ ਜੀ, ਚਾਰ ਬੇਟੇ ਸੀਗੇ। ਠੀਕ ਹੈ ਜੀ। ਤੇ ਚਾਰੇ ਇਸ ਦੇ ਜਿਹੜੇ ਸੀ ਸ਼ਾਹਜਹਾਨ ਦੇ ਬੇਟੇ, ਗੱਦੀ ਨੂੰ ਲੈ ਕੇ ਆਪਸਰੀ ਦੇ ਵਿੱਚ ਕੀ ਹੁੰਦੀ ਹੈਗੀ, ਫਾਈਟ ਹੁੰਦੀ ਹੈਗੀ। ਗੱਦੀ ਨੂੰ ਲੈ ਕੇ ਆਪਸਰੀ ਦੇ ਵਿੱਚ ਕੀ ਹੈ, ਇਹ ਫਾਈਟ ਦੇ ਵਿੱਚ ਕੀ ਹੈ ਜੀ, ਇਹ ਲੜਦੇ ਨੇ। ਠੀਕ ਹੈ। ਤਾਂ ਐਂਡ ਦੇ ਵਿੱਚ ਕੀ ਹੈ ਜੀ, ਜਿਹੜੀ ਜਿੱਤ ਪ੍ਰਾਪਤੀ ਹੁੰਦੀ ਹੈਗੀ, ਤਾਂ ਉਹ ਕਿਹਦੀ ਹੁੰਦੀ ਹੈਗੀ ਜੀ, ਜਿਹੜਾ ਜਿੱਤ ਕੌਣ ਜਾਂਦਾਗਾ। ਠੀਕ ਹੈ ਜੀ। ਤਾਂ ਗੱਦੀ ਦੇ ਵਿੱਚ ਜਿਹੜਾ ਲੈ ਕੇ ਯੁੱਧ ਹੁੰਦਾਗਾ ਚਾਰੇ ਬੇਟਿਆਂ ਦੇ ਵਿੱਚ, ਤੇ ਚਾਰਾਂ ਦੇ ਵਿੱਚੋਂ ਔਰੰਗਜ਼ੇਬ ਕੀ ਹੈ, ਨੈਕਸਟ ਕੀ ਬਣਦਾਗਾ, ਰਾਜਾ ਬਣਦਾ। ਬਹੁਤ ਤਕੜਾ ਤੁਹਾਨੂੰ ਦੱਸਿਆ ਸੀ ਵੀ ਕੱਟੜ ਇੱਕ ਮੁਸਲਮਾਨ ਇੱਕ ਰਾਜਾ ਸੀਗਾ, ਇੱਕ ਸੁੰਨੀ ਇਸਲਾਮ ਦੇ ਨਾਲ ਉਹ ਕੀ ਰੱਖਦਾ ਸੀਗਾ ਜੀ, ਸੰਬੰਧ ਰੱਖਦਾ ਸੀਗਾ। ਕਲੀਅਰ ਹੈ ਜੀ। ਇਹ ਤੋਂ ਬਾਅਦ ਬੈਰਮ ਖਾਂ। ਬੈਰਮ ਖਾਂ ਦੇ ਬਾਰੇ ਤੁਹਾਨੂੰ ਮੈਂ ਦੱਸਿਆ ਹੀ ਆ, ਸੈਨਾਪਤੀ ਸੀਗਾ ਜੀ। ਠੀਕ ਹੈ ਜੀ, ਸੈਨਾਪਤੀ ਵੀ ਸੀਗਾ। ਤੇ ਠੀਕ ਹੈ ਜੀ, ਕਿਹਦਾ ਸੈਨਾਪਤੀ ਸੀਗਾ, ਤੁਹਾਨੂੰ ਪਤਾ ਹੀ ਆ ਸੈਨਾਪਤੀ ਕਿਹਦਾ। ਪਹਿਲਾਂ ਤਾਂ ਸੈਨਾਪਤੀ ਸੀ ਹਿਮਾਯੂ ਦਾ, ਫਿਰ ਇਹਨੇ ਅਕਬਰ ਦੇ ਵਾਸਤੇ ਕੰਮ ਕੀਤਾ ਸੀਗਾ ਵੀ ਇਹਨੇ, ਫਿਰ ਅਕਬਰ ਦੇ ਲਈ ਇਹਨੇ ਕੰਮ ਕੀਤਾ ਸੀ। ਕਲੀਅਰ ਹੈ ਜੀ। ਹਾਂ, ਅਕਬਰ ਦੇ ਲਈ ਕੰਮ ਕੀਤਾ ਸੀਗਾ। ਇਹਦਾ ਆਨਸਰ, ਹਾਂ ਇਹਦਾ ਆਨਸਰ ਵੀ ਦੱਸਦੇ ਆ ਬਈ, ਇੱਕ ਮਿੰਟ। ਜਿਹੜਾ ਇਹਦਾ ਆਨਸਰ ਜਿਹੜਾ ਇਹਦਾ ਆਊਗਾ, ਇਹਦਾ ਆਨਸਰ ਹੈਗਾ ਔਰੰਗਜ਼ੇਬ। ਔਰੰਗਜ਼ੇਬ ਨੇ ਕਿਹਨੂੰ ਮਾਰਿਆ ਸੀਗਾ ਜੀ? ਠੀਕ ਹੈ ਜੀ, ਔਰੰਗਜ਼ੇਬ ਨੇ ਅਬੁਲ ਫੈਜ਼ਲ ਕਿਲਡ ਬਾਈ ਦਾ ਔਰੰਗਜ਼ੇਬ। ਠੀਕ ਹੈ ਜੀ, ਔਰੰਗਜ਼ੇਬ। ਠੀਕ ਹੈ ਜੀ, ਔਰੰਗਜ਼ੇਬ ਨੂੰ ਇਹਨੇ ਕੀ ਕੀਤਾ ਸੀਗਾ ਜੀ, ਮਾਰਿਆ ਸੀਗਾ। ਠੀਕ ਹੈ ਜੀ। ਤੇ ਅਬੁਲ ਫੈਜ਼ਲ, ਹਾਂ ਅਬੁਲ ਫੈਜ਼ਲ ਦੱਸੋ ਕੌਣ ਸੀਗਾ? ਅਬੁਲ ਫੈਜ਼ਲ ਵਜ਼ੀਰ ਸੀਗਾ, ਜਿਹਨੇ ਅਕਬਰਨਾਮਾ ਲਿਖਿਆ ਸੀਗਾ, ਆਈਨੇ ਅਕਬਰੀ ਲਿਖਿਆ ਸੀਗਾ। ਅਕਬਰਨਾਮਾ ਕੀ ਹੈ? ਆਈਨੇ ਅਕਬਰੀ ਦਾ ਇੱਕ ਭਾਗ ਆ, ਇੱਕ ਛੋਟਾ ਭਾਗ ਆ। ਠੀਕ ਹੈ ਜੀ। ਅਕਬਰਨਾਮਾ ਦੀ ਕੀ ਕੀਤੀ ਸੀ, ਰਚਨਾ ਕੀਤੀ ਸੀ। ਠੀਕ ਹੈ ਜੀ। ਅਕਬਰਨਾਮਾ ਕੀ ਹੈ ਜੀ, ਆਈਨ ਏ ਅਕਬਰੀ ਦਾ ਕੀ ਹੈ, ਇੱਕ ਆਈਨੇ ਅਕਬਰੀ ਦਾ ਇੱਕ ਕੀ ਹੈ ਜੀ, ਭਾਗ ਆ, ਛੋਟਾ ਪਾਰਟ ਆ। ਤੇ ਅਬੁਲ ਫੈਜ਼ਲ ਕੀ ਸੀਗਾ? ਅਕਬਰ ਦੇ ਨਵਰਤਨਾਂ ਵਿੱਚੋਂ ਇੱਕ ਸੀਗਾ। ਇਹਦੇ ਜੈਮਸ, ਇਹਦੇ ਨਵਰਤਨਾਂ ਵਿੱਚੋਂ ਕੀ ਸੀਗਾ ਜੀ, ਇੱਕ ਸੀਗਾ। ਠੀਕ ਹੈ ਜੀ। ਇਹ ਤੋਂ ਬਾਅਦ ਜੀ ਔਰੰਗਜ਼ੇਬ ਦੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। 1658 ਤੋਂ ਲੈ ਕੇ 1707 ਤੱਕ ਦਾ ਇਹਦਾ ਕੀ ਰਹਿੰਦਾ ਗਾ ਵੀ, ਟਾਈਮ ਪੀਰੀਅਡ ਹੈਗਾ। ਠੀਕ ਹੈ ਜੀ। 58 ਤੋਂ ਲੈ ਕੇ 1707। ਠੀਕ ਹੈ ਜੀ। ਬੀਟਲ ਆਫ ਧਰਮਗੜ੍ਹ, ਬੀਟਲ ਆਫ ਸਮੋਗੜ,
ਧਰਮਮੱਠ ਜਾਂ ਧਰਮਮੱਠ ਤੇ ਸਮੂਹਗੜ੍ਹ ਦੇ ਨੇ ਯੁੱਧ ਲੜੇ ਸੀਗੇ 1658 ਦੇ ਵਿੱਚ। ਠੀਕ ਹੈ ਜੀ, ਧਰਮਮੱਠ ਤੇ ਸਮੂਹਗੜ੍ਹ ਯੁੱਧ ਲੜੇ ਗਏ ਨੇ 1658 ਦੇ ਵਿੱਚ। ਇਹ ਅਜਿਹਾ ਰਾਜਾ ਸੀਗਾ ਜਿਹੜਾ ਕੀ ਆ ਵੀ ਜਿਹਦਾ ਕੋਰੋਨੇਸ਼ਨਸ 2 ਵਾਰੀ ਹੋਇਆ ਸੀਗਾ 1658 ਤੇ 1659 ਦੇ ਵਿੱਚ। ਇੱਕ ਵਾਰੀ ਆਗਰਾ ਤੋਂ, ਇੱਕ ਵਾਰੀ ਦਿੱਲੀ ਤੋਂ। ਪਹਿਲਾਂ 1658 ਆਉਂਦਾ ਨਾ ਤਾਂ ਪਹਿਲਾਂ ਆਗਰਾ, ਫਿਰ ਉਹ ਤੋਂ ਬਾਅਦ ਦਿੱਲੀ, ਬਸ ਐਵੇਂ ਲਿਖ ਦਿਓ। ਠੀਕ ਹੈ ਜੀ, ਤਾਂ ਇੱਕ ਸੀ ਆਪਣੀਆਂ ਚਾਰ ਦੀਆਂ ਚਾਰ ਇਹਦੀਆਂ ਇਹੀ ਆਪਸ਼ਨ ਆ। ਠੀਕ ਹੈ ਜੀ, ਨੈਕਸਟ ਕੁਐਸਚਨ ਦੇ ਵੱਲ ਮੂਵ ਕਰਦੇ ਹਾਂ। ਹੇਮਚੰਦਰ ਵਿਕਰਮਾਦਿੱਤਿਆ ਫੇਮਸ ਇਨ ਦਾ ਇੰਡੀਅਨ ਹਿਸਟਰੀ। ਹੇਮਚੰਦਰ ਵਿਕਰਮਾਦਿੱਤਿਆ ਨੂੰ ਭਾਰਤੀ ਇਤਿਹਾਸ ਦੇ ਵਿੱਚ ਕਹਿੰਦਾ ਕਿਸ ਨਾਂ ਦੇ ਨਾਲ ਮਸ਼ਹੂਰ ਸੀ ਜਾਂ ਜਾਣਿਆ ਜਾਂਦਾ ਸੀਗਾ। ਹੁਣ ਤਾਂ ਆਪਾਂ 20 ਵਾਰੀ ਤਾਂ ਪੜ੍ਹ ਲਿਆ ਯਾਰ, ਹੇਮਚੰਦਰ ਵਿਕਰਮਾਦਿੱਤਿਆ ਹੇਮੂ। ਠੀਕ ਹੈ, ਤਾਂ ਇਹ ਕੌਣ ਸੀਗਾ ਜੀ? ਹੇਮੂ ਦੇ ਨਾਂ ਦੇ ਨਾਲ ਇਹ ਕੀ ਸੀਗਾ? ਮਸ਼ਹੂਰ ਸੀਗਾ। ਹੇਮੂ ਬੰਦਾ ਤੁਹਾਨੂੰ ਮੈਂ ਦੱਸਿਆ ਵੀ ਬਹੁਤ ਘੈਂਟ ਬੰਦਾ ਸੀ, ਬਸ ਇਹਨੇ ਤਾਂ ਆਪ ਦੀ ਇੱਜ਼ਤ ਆਪ ਵੈਸੇ ਹੀ ਪੁੱਠੇ ਕੰਮਾਂ ਦੇ ਵਿੱਚ ਪੈ ਕੇ ਗਮਾ ਲਈ। ਤੇ ਉਹ ਕੀ ਸੀਗੇ, ਇਹਨੂੰ ਇਹ ਸੀਗਾ ਵੀ ਮੈਂ ਰਾਜਾ ਬਣ ਜਾ, ਸ਼ੇਖ ਚਿਲੀ ਬਣ ਗਿਆ ਸੀਗਾ। ਸੁਪਨੇ ਬਾਹਲੇ ਵੱਡੇ, ਖੁਆਬ ਬਾਹਲੇ ਵੱਡੇ ਵੱਡੇ ਦੇਖਣ ਲੱਗ ਸੀ ਵੀ ਐਡਾ ਵੱਡਾ ਮਹਿਲ ਪਾਵਾਂਗੇ, ਦਿੱਲੀ ਦੀ ਗੱਦੀ ਦੇ ਉੱਤੇ ਬੈਠਾਂਗੇ ਜਾ ਕੇ, ਸਾਰੀਆਂ ਸਕੀਮਾਂ ਹੀ ਬਣਾਉਣ ਲੱਗ ਗਿਆ ਸੀਗਾ। ਪਰ ਸਕੀਮਾਂ ਹੋ ਜਾਂਦੀਆਂ ਨੇ ਤੁਹਾਨੂੰ ਪਤਾ ਫੇਲ, ਜਿੰਨਾ ਚਿਰ ਬੰਦਾ ਕੋਈ ਮਿਹਨਤ ਨਹੀਂ ਕਰਦਾ। ਠੀਕ ਹੈ ਜੀ, ਤਾਂ ਇਸ ਕਰਕੇ ਇਹ ਕੀ ਸੀਗਾ ਜੀ, ਆਪਣਾ ਹੇਮੂ ਸੀਗਾ ਜਿਹੜਾ ਕੀ ਆ ਸੈਕੰਡ ਬੈਟਲ ਆਫ ਪਾਣੀਪਤ ਦੇ ਵਿੱਚ ਹਾਰਿਆ ਸੀਗਾ ਬੈਰਮ ਖਾਨ ਤੋਂ। ਠੀਕ ਹੈ ਜੀ, ਤੇ ਰਾਣਾ ਸਾਂਗਾ ਦੇ ਬਾਰੇ ਵੀ ਤੁਹਾਨੂੰ ਮੈਂ ਦੱਸ ਦਿੰਦਾ। ਰਾਜਪੂਤ ਰਾਜਾ ਸੀਗਾ, ਖਾਨਵਾ ਦੇ ਯੁੱਧ ਦੇ ਵਿੱਚ ਕੀ ਹੈ ਜਿਹੜਾ ਹਾਰਿਆ ਸੀਗਾ। ਪਹਿਲਾਂ ਤਾਂ ਬਾਬਰ ਨੂੰ ਬੁਲਾਈ ਗਏ ਵੀ ਆ ਜਾ ਇੱਧਰ ਆ ਜਾ। ਜਦੋਂ ਭਾਰਤ ਆ ਗਿਆ ਉਹਨੇ ਦੂਸਰਿਆਂ ਨਾਲ ਯੁੱਧ, ਪਹਿਲਾਂ ਤਾਂ ਇਬਰਾਹਿਮ ਲੋਦੀ ਨਾਲ ਲੜਿਆ, ਫਿਰ ਉਹਨੂੰ ਕਹਿੰਦਾ ਆ ਜਾ ਤੂੰ ਵੀ ਆ ਜਾ। ਕਹਿੰਦਾ ਜਿਹੜਾ ਤੂੰ ਆਪਦੇ ਇਹੋ ਜਿਹੇ ਬੇਵਕੂਫ ਬੰਦੇ ਸੀਗੇ ਆਪਦੇ ਦੇਸ਼ ਦੇ ਨਾਲ ਗਦਾਰੀ ਕਰਦੇ ਸੀ ਵੀ ਕਹਿੰਦਾ ਤੂੰ ਭਾਰਤ ਤੇ ਆ ਕੇ ਇੱਥੇ ਹਮਲਾ ਕਰ। ਠੀਕ ਹੈ, ਇਹਨਾਂ ਨੂੰ ਇਹ ਆਪਦਾ ਕੰਮ ਕੱਢਦੇ ਹੁੰਦੇ ਸੀਗੇ। ਇਹਨੂੰ ਐ ਸੀ ਵੀ ਇਹ ਦਿੱਲੀ ਦੇ ਰਾਜੇ ਨੂੰ ਉਹਨੂੰ ਕੀ ਆ ਵੀ ਮਾਰ ਦੂਗਾ ਤੇ ਉਸ ਤੋਂ ਬਾਅਦ ਗੱਦੀ ਦੇ ਉੱਤੇ ਮੈਂ ਬਹਿ ਜਾਊਂਗਾ। ਪਰ ਇਹਨਾਂ ਕਮਲਿਆਂ ਨੂੰ ਪੁੱਛਣ ਵਾਲਾ ਹੋਵੇ ਵੀ ਉਹ ਭਲਿਓ ਲੋਕੋ ਵੀ ਜਿਹੜਾ ਬੰਦੇ ਨੂੰ ਤੁਸੀਂ ਬੁਲਾਈ ਜਾਂਦੇ ਹੋ ਵੀ ਆ ਕੇ ਦਿੱਲੀ ਦੇ ਕੀ ਆ ਰਾਜੇ, ਜਿਹੜਾ ਦਿੱਲੀ ਦੀ ਗੱਦੀ ਦੇ ਉੱਤੇ ਬੈਠਾ ਉਹਨੂੰ ਮਾਰ ਦੇ, ਤੇ ਤੁਸੀਂ ਫਿਰ ਕਿਵੇਂ ਸੋਚੀ ਜਾਂਦੇ ਹੋ ਵੀ ਅਸੀਂ ਦਿੱਲੀ ਦੀ ਗੱਦੀ ਦੇ ਉੱਤੇ ਅਸੀਂ ਬਹਿ ਜਾਾਂਗੇ। ਅਗਲਾ ਨਹੀਂ ਬੈਠੂਗਾ ਜਿਹੜਾ ਕੀ ਹੈ ਅਫਗਾਨਿਸਤਾਨ ਤੋਂ ਚੱਲ ਕੇ ਕਾਬਲ ਤੱਕ ਆ ਰਿਹਾ ਗਾ। ਠੀਕ ਹੈ, ਤਾਂ ਇਹਨਾਂ ਦੇ ਨਾਲ ਐਂ ਬੁਰੀ ਹੁੰਦੀ ਸੀਗੀ। ਠੀਕ ਹੈ, ਇਹ ਸਕੀਮਾਂ ਹੋਰ ਲਾ ਲੈਂਦੇ ਪਰ ਉਹਦੇ ਵਿੱਚ ਕੀ ਸੀਗਾ ਇਹਨਾਂ ਦੇ ਉਲਟ ਹੋ ਜਾਂਦਾ ਹੁੰਦਾ। ਠੀਕ ਹੈ ਜੀ, ਤਾਂ ਇਹ ਸੀਗੇ ਇਹਦੇ 2 ਪਰਸਨ ਕੀ ਹੈ ਇਹਦੇ ਦੋਨੋਂ ਜਿਹੜੇ ਆਪਾਂ ਪੜ੍ਹਦੇ ਹੁੰਦੇ ਹਾਂ ਹਿਸਟਰੀ ਦੇ ਵਿੱਚ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕੀ ਹੈ ਜੀ, ਅਗਲਾ ਕੁਐਸਚਨ। ਹਾਂ, ਆ ਜੋ ਆਪਣੀਆਂ ਲੜਾਈਆਂ ਨੇ ਇਹਦੇ ਬਾਰੇ ਧਿਆਨ ਦੇ ਨਾਲ ਪੜ੍ਹੋ ਬਈ ਇਹਨੂੰ। ਇਹ ਕੁਐਸਚਨ ਥੋੜਾ ਜਿਹਾ ਮੈਂ ਵੱਡਾ ਕਰ ਦਿੰਦਾ ਇਹਨੂੰ। ਆ ਲਓ ਇਹਨੂੰ ਦੇਖੋ, ਹੁਣ ਧਿਆਨ ਨਾਲ ਦੇਖੋ ਇਹਨੂੰ, ਇਸ ਕੁਐਸਚਨ ਹੁਣ ਧਿਆਨ ਨਾਲ ਦੇਖੋ ਬਈ। ਦੇਖੋ ਬਈ, ਸ਼ਾਬਾਸ਼, ਵੈਰੀ ਗੁੱਡ। ਧਿਆਨ ਨਾਲ ਪੜ੍ਹੋ, ਮੈਂ ਟਾਈਮ ਦਿੰਨਾਗਾ ਤੁਹਾਨੂੰ ਇਹਦੇ ਵਿੱਚ। ਦੱਸੋ ਜੀ। ਹਾਂ ਚਲੋ, ਵੈਰੀ ਗੁੱਡ। ਕਹਿੰਦਾ ਪਹਿਲੀਆਂ ਲਿਸਟ ਮੈਚ, ਪਹਿਲੀਆਂ ਜੋ ਲਿਸਟਾਂ ਸੀਗੀਆਂ ਇੱਧਰਲੀਆਂ ਇਹਦੇ ਨਾਲ ਮੈਚ ਕਰਨਾਗਾ। ਪਹਿਲੀ ਗੱਲ ਗਿਣੋ, 1 2 3 4, ਇਹ 4 ਨੇ, 1 2 3 4, ਇਹ 5 ਨੇ। ਹੁਣ ਕਹਿਣ ਦਾ ਮਤਲਬ ਇੱਕ ਨਾਲ ਕੋਈ ਮੈਚ ਨਹੀਂ ਹੁੰਦਾ, ਹੁਣ ਤੁਹਾਨੂੰ ਇੱਕ ਵਾਧੂ ਦੀ ਪਾਈ ਹੋਈ ਆ ਉਲਝਾਉਣ ਦੇ ਵਾਸਤੇ। ਠੀਕ ਹੈ ਜੀ, ਹੁਣ ਆਪਾਂ ਉਲਝਣਾ ਨਹੀਂ। ਬੈਟਲ ਆਫ ਦਾ ਹਲਦੀ ਘਾਟੀ ਦਾ ਯੁੱਧ ਕਦੋਂ ਹੋਇਆ ਸੀਗਾ? ਇਹ ਤਾਂ ਭੁੱਲਦੇ ਹੀ ਨਹੀਂ, ਇਹਦਾ ਆਪਣੇ ਪਾਸ ਜਨਮ ਦਿਨ ਬੋਲ ਦਿਆ ਕਰੋ। 18 ਜੂਨ 1576। ਨਾਦਰ ਸ਼ਾਹ ਨੇ ਕੈਪਚਰ ਕੀਤਾ ਸੀਗਾ ਦਿੱਲੀ ਨੂੰ। ਨਾਦਰ ਸ਼ਾਹ ਇੱਕ ਅਫਗਾਨ ਸੀਗਾ। ਠੀਕ ਹੈ ਜੀ, ਇਹਨੇ ਕਦੋਂ ਕੀਤਾ ਸੀ? 1739 ਨੂੰ। ਠੀਕ ਹੈ ਜੀ, ਕੈਪਚਰ ਕੀਤਾ ਸੀ। ਆਪਣੇ ਵਾਲੇ ਤਾਂ ਕਰਨਾਲ ਤੱਕ ਹੀ ਨਹੀਂ ਪਹੁੰਚੇ ਸੀ। ਇਹ ਅਫਗਾਨ ਸੀਗਾ, ਇਹ ਅਫਗਾਨਾਂ ਤੋਂ ਆ ਗਿਆ ਸੀ, ਅਫਗਾਨਿਸਤਾਨ ਤੋਂ ਉਧਰੋਂ ਆ ਗਿਆ ਸੀਗਾ। ਠੀਕ ਹੈ ਜੀ, ਇਹ ਉੱਥੋਂ ਆ ਕੇ ਇੱਧਰ ਲੜਾਈਆਂ ਲੜੀ ਜਾਂਦੇ ਸੀ। ਇਹ ਤੋਂ ਬਾਅਦ ਡੈਥ ਆਫ ਸ਼ਿਵਾ ਜੀ ਦੀ ਡੈਥ ਕਦੋਂ ਹੋਈ ਸੀ? 1680 ਦੇ ਵਿੱਚ ਹੋਈ ਸੀਗੀ ਜੀ। ਇਹ ਤੋਂ ਬਾਅਦ ਗ੍ਰਾਂਟ ਆਫ ਚਾਰਟ ਈਸਟ ਇੰਡੀਆ ਕੰਪਨੀ, ਚਾਰਟਰ ਐਕਟ ਈਸਟ ਇੰਡੀਆ ਕੰਪਨੀ ਨੂੰ ਕਦੋਂ ਬਣਿਆ ਸੀਗਾ? ਕਦੋਂ ਹੋ ਗਿਆ ਸੀ ਗ੍ਰਾਂਟ ਆਫ ਚਾਰਟਰ? ਠੀਕ ਹੈ ਜੀ, 31 ਦਸੰਬਰ 1600 ਨੂੰ। 31 ਦਸੰਬਰ 1600 ਨੂੰ, ਜਾਂ 1600 ਵੀ ਲਿਖਿਆ ਜਾਂਦਾ ਪੂਰਾ। ਠੀਕ ਹੈ ਜੀ। ਅਸੈਸ਼ਨਸ ਆਫ ਅਕਬਰ ਗੱਦੀ ਦੇ ਉੱਤੇ ਕਦੋਂ ਬੈਠਾ? ਅਕਬਰ ਗੱਦੀ ਦੇ ਉੱਤੇ ਕਦੋਂ ਬੈਠਾ ਸੀਗਾ ਜੀ? ਜਿਹੜਾ ਅਕਬਰ ਸੀਗਾ ਗੱਦੀ ਦੇ ਉੱਤੇ ਬੈਠਾ ਸੀਗਾ ਜੀ 1556 ਤੋਂ ਲੈ ਕੇ
1605 तक। आ चक्को हुण आपदे आप मैच कर दो, चारे दियां चारे ऑप्शन आपां तुहाडे सामने लिखतियां। अकबर गद्दी दे उत्ते बैठा, ए आऊ चा इहदे नाल, ए दा मतलब की आ 5, ठीक है जी। इस तो बाद बी 1600 दे विच की होया सीगा, चार्टर एक्ट, बी मतलब 4, 54 किहड़े च बन रहा गा, बी ऑप्शन च बन रहा, आप पर सारियां लिखनियां। 1680 दे विच की होया सी, डैथ ऑफ शिवाजी, सी कितना आ गया 3, ठीक है जी। हजे तक तो बी ऑप्शन ही आ रही है तुहाडी आंसर देखो। 1739 दे विच की सीगा, नादर शाह ने कैप्चर किया सी दिल्ली नूं, ठीक है जी, दिल्ली के उत्ते अधिकार किया सी। ते इधर कौन सीगा दिल्ली के उत्ते, मुहम्मद, ठीक है जी, और रंगीले होरी सीगे, मुहम्मद शाह रंगीले होरी, अपने रंगीले होरी। तो रंगीले दे मार मार के लापड़े उहनूं की उहदा सारा रंग, उहदा सारा भूत उतारता सीगा, जो ओह की रंग रलियां मनाउंदा हुंदा सी आपदे दरबार दे विच, कदे कुछ करदा, कदे आरकैस्ट्रा लवाउंदा, कदे की है ना। तां उहदा सारा सारा किहने कीता सीगा, ਇਹ नादर शाह ने ਉਹ ਕੀਤਾ ਸੀ। नादर शाह ने एक बारी ਛੱਡਤਾ ਸੀਗਾ ਉੱਥੋਂ ਦੇ ਲੋਕਾਂ ਦੇ ਕਹਿਣ ਤੇ ਵੀ ਹਮਲਾ, ਪਰ ਇਹਦੀਆਂ ਕਰਤੂਤਾਂ ਮਾੜੀਆਂ ਸੀ। ਇਹ ਕਹਿੰਦਾ ਆ ਜਾ, ਜੇ ਤਾਕਣਾ ਤਾਂ ਕਹਿੰਦਾ ਅਜੇ ਦੇਖੀਏ, ਆ ਜਾ, ਕਹਿੰਦਾ ਲੜ ਆ ਜਾ। ਫਿਰ ਉਹਨੇ ਪੂਰੀ ਤਸੱਲੀ ਕਰਾ ਕੇ ਗਿਆ ਸੀ ਇਹਦੀ नादर शाह ਜਦੋਂ ਆਇਆ ਸੀ ਫਿਰ ਦੂਰੀ ਵਾਰ, ਠੀਕ ਹੈ ਜੀ। ਤੇ ਇਸੇ ਤੋਂ ਕੀ ਆ, ਤਖਤ ਏ ਤਾਊਸ ਖੋ ਕੇ ਲੈ ਕੇ ਗਿਆ ਸੀਗਾ। ਪਹਿਲਾਂ ਆ ਤੁਹਾਨੂੰ ਆਪਸ਼ਨ ਦੱਸਦਾ ਮੈਂ ਇਹਦਾ ਆਨਸਰ ਕੀ ਬਣਦਾ ਸੀ, ਜਿਹੜਾ ਸੀਗਾ ਡੀ ਦਾ ਕੀ ਬਣੂ 2, 54 32 ਵਾਲੀ ਆਪਸ਼ਨ ਕੀ ਆਪਣੀ ਬੀ ਆਪਸ਼ਨ ਆਨਸਰ ਆ, ठीक है जी, बी ऑप्शन आंसर अपनी। गल कर रहे सीगे तख्त ए ताउस दे उत्ते कौन बैठा सीगा जी, शाहजहां पहला बैठा सीगा, ते लास्ट कौन सीगा, यही मुहम्मद शाह रंगीला सी लास्ट तख्त ए ताउस। हुण तुसीं बोलोगे भी तख्त ए ताउस सर की है, कुछ नहीं, एक तरह का वधिया चंगी कुर्सी सीगी वड्डी, जिते राजे महाराजे बहने, आप नाटकां च नहीं देखते, वो एक कुर्सी सी, कुर्सी कह लो, सोफा कह लो, एक तरह की सी, उहदे उत्ते ऐ बड़ा सारा उपर दी ऐ ना आके एक तख्त जिहा हुंदा सी, ऐ जिवें कि लाइट जगदी हुंदी आ, LED बल्ब, LED नहीं सी, पर उत्थे एक सी अपना हीरा, डायमंड दा हीरा सीगा जिहड़ा लग्गिया होया सी, ठीक है जी, कोहीनूर हीरा जिहनूं कहने आपां। वो तख्त ए ताउस वो कुर्सी दे उत्ते लग्गिया होया सी, ते वो नीचे की है बैठ जाते सी, तख्त ए ताउस की ऐ सिर दे उत्ते उहदे की लग्गिया हुंदा सी, राजे दे बिल्कुल हीरा लग्गिया सी, उहनूं की कहंदे सी, इह तख्त ए ताउस कहा जांदा सी। पहलां कौन सीगे, इह शाहजहां वर्गे बहिंदे हुंदे सी, पर उस तो बाद इह रंगीला बहिंदा हुंदा सी। ते रंगीला फिर कित्थे सी तख्त ए ताउस जोगरा, उहनूं की कीमत सी यार, उहने की जाणदे, बस वो तां तुहानूं पता ही है ना भी वो किहदे जोगरा सीगा। फिर ਤਾਂ ਐਂ ਕਰਕੇ ਸੀਗਾ, ਫਿਰ ਉਹ ਤੋਂ ਇਹ ਤੋਂ ਕੌਣ ਖੋ ਕੇ ਲੈ ਕੇ ਗਿਆ ਸੀਗਾ, ਉਹ ਜੀ नादर शाह ਕੀ ਹੈ ਜੀ, ਉਹਨੂੰ ਖੋ ਕੇ ਲੈ ਗਿਆ ਸੀਗਾ ਉਸ ਹੀਰੇ ਨੂੰ। ਕਲੀਅਰ ਹੈ ਜੀ। ਤਾਂ ਇਹ ਸੀਗਾ ਇਹਦੇ ਵਿੱਚ ਸਾਰਾ ਦਾ ਸਾਰਾ ਕੁਝ, ਠੀਕ ਹੈ। ਅਕਬਰ ਦੇ ਬਾਰੇ ਤੁਹਾਨੂੰ ਦੱਸਿਆ ਹੀ ਹੈ, 14 ਸਾਲ ਦੀ ਉਮਰ ਦੇ ਵਿੱਚ ਇਹਦਾ ਕੀ ਕਰਾਤਾ ਸੀਗਾ ਜੀ, ਕੋਰੋਨੇਸ਼ਨਸ ਹੋਇਆ ਸੀਗਾ, ਗੱਦੀ ਦੇ ਉੱਤੇ ਇਹਨੂੰ ਕੀ ਹੈ ਜੀ ਬਿਠਾ ਦਿੱਤਾ ਗਿਆ ਸੀਗਾ, ਠੀਕ ਹੈ ਜੀ, ਕਾਲਾਨੌਰ ਦੇ ਵਿੱਚੋਂ, ਠੀਕ ਹੈ। ਇਹ ਚੀਜ਼ ਸੀਗੀ ਵੀ। ਡੈਥ ਆਫ शिवाजी ਦੀ ਕਦੋਂ ਹੋਈ ਸੀਗੀ ਜੀ, 1680 ਦੇ ਵਿੱਚ। ਮਰਾਠਿਆਂ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ शिवाजी ਦੇ ਬਾਰੇ, शिवाजी शहाजी भोसले, ठीक है जी, शिवाजी ਦੇ ਬਾਰੇ ਆਪਾਂ ਕੀ ਹੈ ਵੀ ਇਹਦੇ ਵਿੱਚ ਆਪਾਂ ਪੜ੍ਹਦੇ ਹਾਂ। ਇਹਦੇ ਵਿੱਚੋਂ ਵੀ ਇੱਕ ਅੱਧੇ ਕੁਐਸਚਨ ਆਪਾਂ ਹੋਰ ਲੈ ਕੇ ਆਵਾਂਗੇ शिवाजी ਦੇ ਵਿੱਚੋਂ ਵੀ, ठीक है जी। ਨੈਕਸਟ ਚੱਲੀਏ ਅਗਲੇ ਕੁਐਸਚਨ ਦੇ ਵੱਲ। ਹੂ ਇਜ਼ ਸਕਸੀਡਡ ਦਾ ਔਰੰਗਜ਼ੇਬ ਆਫਟਰ ਦਾ ਡੈਥ ਆਫ 1707, ठीक है जी। ਔਰੰਗਜ਼ੇਬ ਦੀ ਡੈਥ ਤੋਂ ਬਾਅਦ ਦੱਸੋ ਵੀ ਕੌਣ ਆਇਆ, ਬਿਲਕੁਲ ਸੌਖਾ ਕੁਐਸਚਨ ਆ। ਦੱਸੋ 1707 ਤੋਂ ਲੈ ਕੇ 1712 ਤੱਕ ਉਹ ਰਿਹਾ ਸੀਗਾ। ਠੀਕ ਹੈ ਜੀ। ਤਾਂ ਬਹਾਦਰ ਸ਼ਾਹ ਫਸਟ, ਤਾਂ ਕੌਣ ਆਊਗਾ ਜੀ, ਬਹਾਦਰ ਸ਼ਾਹ ਫਸਟ। ਬਹਾਦਰ ਸ਼ਾਹ ਪਹਿਲਾ ਸੀਗਾ, ਠੀਕ ਹੈ ਜੀ, ਜਿਹੜਾ ਕਿੰਨੇ ਤੋਂ ਕਿੰਨੇ ਸੀ, 1707 ਤੋਂ ਲੈ ਕੇ 1712 ਤੱਕ, 1707 ਤੋਂ ਲੈ ਕੇ 1712 ਤੱਕ ਗੱਦੀ ਦੇ ਉੱਤੇ ਬੈਠਾ ਸੀ, ठीक है जी। इनू शाह ए बेखबर, ये भी पतंदर बेखबरी सी, कोई आई जाता, अंग्रेज आई जाते जाई जाते, किसी का कोई बेखबर नहीं रखता सी, आपदे आप च ही बिजी चलदा सी, बस सोनू पता ही है, खा पी लिया पै गए, बस आपदे आप च ही चौड़ मस्ती, ठीक है जी, उस च रुझे रहिंदे सी। तां इहनूं की बोलिया जांदा सीगा जी, शाह ए बेखबर, ठीक है जी, शाह ए बेखबर दा नाम दिता जांदा सीगा इहनूं। किहनूं, बहादुर शाह पहले नूं शाह ए बेखबर के नां दे नाल जाणिया जांदा सीगा, ठीक है जी। और इन्हें शाह आलम पहला भी इसे नूं कहा जांदा गा, शाह आलम पहला भी की है जी इसे नूं ही कहा जांदा गा,
ठीक है जी। ਇਹ ਤੋਂ ਬਾਅਦ ਜਨਾਦਰ ਸ਼ਾਹ ਨੇ ਕਿੰਨਾ ਟਾਈਮ ਰਾਜ ਕੀਤਾ ਸੀ? 1712 ਤੋਂ 13, 1712 ਤੋਂ ਲੈ ਕੇ 1713 ਤੱਕ ਰਾਜ ਕੀਤਾ ਸੀਗਾ। ਇਹ ਅੰਗਰੇਜ਼ਾਂ ਦੇ ਹੱਥ ਦੀ ਬਿਲਕੁਲ ਕੀ ਆ, ਕਠਪੁਤਲੀ ਸੀ, ਕਠਪੁਤਲੀ। ਜਿਵੇਂ ਅੰਗਰੇਜ਼ ਕਹਿੰਦੇ ਸੀ ਉਵੇਂ ਕਰਦਾ। ਜੇ ਅੰਗਰੇਜ਼ ਕਹਿੰਦੇ ਸੀ ਖੜਾ ਹੋਏ ਤਾਂ ਖੜਾ ਹੋ ਗਿਆ, ਜਨਾਬ ਖੜੇ ਨੇ। ਜੇ ਕਹਿੰਦੇ ਸੀ ਬੈਠ ਬਈ ਬੈਠ ਤਾਂ ਕਹਿੰਦੇ ਬੈਠ ਜਾਂਦਾ ਵੀ ਜਨਾਬ ਬੈਠੇ ਨੇ। ਤਾਂ ਅੰਗਰੇਜ਼ਾਂ ਦੇ ਹੱਥ ਦੀ ਇਹ ਕੀ ਸੀ, ਇੱਕ ਕਠਪੁਤਲੀ ਸੀ। ਅੰਗਰੇਜ਼ਾਂ ਦੇ ਜਿਵੇਂ ਅੰਗਰੇਜ਼ ਕਹਿੰਦੇ ਸੀ ਉਵੇਂ ਇਹ ਕੰਮ ਕਰਦਾ ਸੀ, ਠੀਕ ਹੈ। ਅੰਗਰੇਜ਼ਾਂ ਤੋਂ ਇਹ ਕੀ ਆ ਵੀ ਬਿਲਕੁਲ ਵੀ 1 ਇੰਚ ਵੀ ਕੀ ਨਹੀਂ ਸੀਗਾ, ਇਹ ਬਾਹਰ ਨਹੀਂ ਸੀਗਾ। ਕਲੀਅਰ ਆ ਜੀ। ਜਨਾਦਰ ਸ਼ਾਹ 1712 ਤੋਂ ਲੈ ਕੇ 1713 ਤੱਕ ਇਹਨੇ ਕੀ ਕੀਤਾ ਸੀ, ਰਾਜ ਕੀਤਾ ਸੀਗਾ, ਠੀਕ ਹੈ ਜੀ। ਤੇ ਜਜੀਆ ਨੂੰ ਇਹਨੇ ਕੀ ਕਰਤਾ ਸੀਗਾ ਜੀ, ਜਜੀਆ ਆਹ ਕੰਮ ਚੰਗਾ ਕਰ ਗਿਆ ਸੀਗਾ, ਪਰ ਕਹਿੰਦਾ ਜਜੀਆ ਨਹੀਂ ਲਾਉਣਾ ਹੋਏ, ਕਹਿੰਦਾ ਜਜੀਆ ਨੂੰ ਕੀ ਕਰਤਾ ਸੀਗਾ, ਖਤਮ ਕਰਤਾ। ਜਜੀਆ ਦਾ ਮਤਲਬ ਕੀ ਸੀਗਾ, ਇਹ ਕੀ ਸੀ, ਨੌਨ ਮੁਸਲਿਮ, ਠੀਕ ਹੈ ਵੀ ਇਕੱਲੇ ਮੁਸਲਿਮਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਉੱਤੇ ਕੀ ਇਹ ਟੈਕਸ ਲਗਾਇਆ ਜਾਂਦਾ ਸੀਗਾ, ਠੀਕ ਹੈ ਜੀ। ਪਤਾ ਲੱਗ ਗਿਆ ਰਾਜੇ। ਇਹ ਤੋਂ ਬਾਅਦ ਮੁਹੰਮਦ ਸ਼ਾਹ 1719 ਤੋਂ ਲੈ ਕੇ 48 ਤੱਕ ਰਾਜ ਕੀਤਾ। 1719 ਤੋਂ ਲੈ ਕੇ 1748 ਤੱਕ ਇਹਨੇ ਕੀ ਕੀਤਾ ਸੀਗਾ, ਰਾਜ ਕੀਤਾ ਸੀਗਾ। ਰੰਗੀਲੇ ਬਾਈ ਹੁਰੀ ਨੇ ਇਹ, ਠੀਕ ਹੈ ਜੀ। ਇਹਨੂੰ ਮੁਹੰਮਦ ਸ਼ਾਹ ਕੀ ਹੈ ਜੀ, ਰੰਗੀਲੇ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਗਾ, ਠੀਕ ਹੈ। ਮੁਹੰਮਦ ਸ਼ਾਹ ਰੰਗੀਲਾ। ਉਰਦੂ ਦਾ ਇਹਨੂੰ ਗਿਆਨ ਸੀ, ਉਰਦੂ ਬੋਲਦਾ ਸੀ। ਉਰਦੂ ਤੁਹਾਨੂੰ ਦੱਸਿਆ ਸੀ ਵੀ ਵੈਸੇ ਹੀ ਬੋਲਦੇ ਰਹਿੰਦੇ ਨੇ, ਠੀਕ ਹੈ ਜੀ। ਉਰਦੂ ਬੋਲਦਾ ਸੀਗਾ, ਠੀਕ ਹੈ ਜੀ। ਔਰ ਪਲੇਸਰ ਆਫ ਲਵਿੰਗ ਕਿੰਗ ਕਿਹਾ ਸੀ, ਕਹਿੰਦਾ ਸਾਰਿਆਂ ਨੂੰ ਪਿਆਰ ਕਰਨ ਵਾਲਾ ਰਾਜਾ। ਸਾਰਿਆਂ ਨੂੰ ਨਹੀਂ ਕਰਦਾ ਸੀ, ਇਕੱਲਾ ਲੇਡੀਜ਼ ਨੂੰ ਨਹੀਂ ਕਰਦਾ ਸੀਗਾ, ਠੀਕ ਹੈ ਜੀ। ਸਾਰਿਆਂ ਨੂੰ ਕੋਈ ਨਹੀਂ ਕਰਦਾ ਸੀਗਾ ਇਹ ਅਸਲ ਵਿੱਚ। ਤਾਂ ਇਹ ਕੀ ਸੀ, ਇਹ ਕੀ ਸੀ, ਇਸੇ ਚੱਕਰਾਂ ਦਾ ਕਰਕੇ ਤਾਂ ਇਹ ਫੇਲ ਹੋਇਆ। ਆਹੀ ਇਹਦੀਆਂ ਕਰਤੂਤਾਂ ਇਹਨੂੰ ਮਰਵਾ ਕੇ ਗਈਆਂ ਸੀਗੀਆਂ, ਠੀਕ ਹੈ ਜੀ। ਇਹ ਕੁਝ ਸੀ। ਅਕਬਰ ਦੂਸਰਾ, ਅਕਬਰ ਦੂਜਾ ਲਓ, ਇਹਦੇ ਬਾਰੇ ਵੀ ਪੜ੍ਹ ਲਓ। ਇੱਕ ਤਾਂ ਅਕਬਰ ਇੱਕ ਆ, ਇਹ 1806 ਤੋਂ ਲੈ ਕੇ 37 ਤੱਕ ਗੱਦੀ ਤੇ ਸੀਗਾ। ਯਾਦ ਰੱਖਿਓ 1806 ਤੋਂ ਲੈ ਕੇ 37 ਤੱਕ ਅਕਬਰ ਦੂਜਾ ਸੀ। ਪਹਿਲਾ ਅਕਬਰ ਨਹੀਂ, ਇਹ ਦੂਸਰਾ। ਪਹਿਲਾ ਤਾਂ 1556 ਤੋਂ 1605। ਮੈਂ ਤੁਹਾਨੂੰ ਕਹਿੰਦਾ ਹੁੰਦਾ ਜਿਹੜੇ ਟਾਈਮ ਪੀਰੀਅਡ ਆ ਉਰੇ ਕੰਮ ਹੋਣਗੇ, ਜੇ ਵੀ ਤੁਸੀਂ ਯਾਦ ਕਰ ਲਿਆ ਕਰੋ। ਇਹ ਟਾਈਮ ਪੀਰੀਅਡ ਤੁਹਾਡੇ ਉਰੇ ਜਾ ਕੇ ਕੀ ਆਉਂਦੇ ਨੇ, ਇਹ ਕੰਮ ਹੋਇਆ ਕਰਨਗੇ, ਠੀਕ ਹੈ ਜੀ। ਕਲੀਅਰ ਆ ਜੀ। ਤੇ ਇਸੇ ਅਕਬਰ ਦੂਜੇ ਨੇ ਮੋਹਨ ਰਾਮ ਰਾਜਾ, ਜਿਹਨੂੰ ਆਪਾਂ ਰਾਜਾ ਦਾ ਨਹੀਂ ਟਾਈਟਲ ਕਿਹਾ ਜਾਂਦਾ ਗਾ, ਮੋਹਨ ਰਾਏ ਨੂੰ ਰਾਜਾ ਦੀ ਪਦਵੀ ਕਿਹਨੇ ਦਿੱਤੀ ਸੀ, ਅਕਬਰ ਦੂਜੇ ਨੇ ਦਿੱਤੀ ਸੀ। ਕਿਹਨੇ ਦਿੱਤੀ ਸੀਗੀ ਜੀ, ਅਕਬਰ ਦੂਸਰੇ ਨੇ। ਕਲੀਅਰ ਹੈ ਜੀ। ਚਲੋ ਫਿਰ ਜੀ ਕਲੀਅਰ ਅਗਲੇ ਕੁਐਸਚਨ ਵੱਲ। Who among following the later Mughal rulers had given the title of the Mirza Raza? ਮਿਰਜ਼ਾ ਰਾਜਾ ਦਾ ਟਾਈਟਲ ਟੂ ਜੈ ਸਿੰਘ, ਸੂਬੇਦਾਰ ਆਫ ਮਾਲਵਾ। ਕਹਿੰਦਾ ਮੁਗਲਾਂ ਦੇ ਸ਼ਾਸਕਾਂ ਵਿੱਚ ਕਿਸ ਨੇ ਮਾਲਵੇ ਦੇ ਸੂਬੇਦਾਰ ਜੈ ਸਿੰਘ ਨੂੰ ਮਿਰਜ਼ਾ ਰਾਜਾ ਦਾ ਖਿਤਾਬ ਦਿੱਤਾ ਸੀਗਾ, ਠੀਕ ਹੈ ਜੀ। ਮਿਰਜ਼ਾ ਰਾਜਾ ਦਾ ਖਿਤਾਬ ਦਿੱਤਾ ਸੀਗਾ। ਦੱਸੋ ਜੀ ਮਿਰਜ਼ਾ ਰਾਜਾ ਦਾ ਖਿਤਾਬ ਕਿਹਨੇ ਦਿੱਤਾ ਸੀਗਾ? ਬਹੁਤ ਹੀ ਸੌਖਾ ਕੁਐਸਚਨ ਆ ਜੀ। ਦੱਸੋ ਜੀ ਕਿਹਨੇ ਮਿਰਜ਼ਾ ਰਾਜਾ ਦਾ ਖਿਤਾਬ ਦਿੱਤਾ ਸੀਗਾ? ਆਨਸਰ ਕੀ ਹੈ ਜੀ, ਜਨਾਦਰ ਸ਼ਾਹ। ਜਨਾਦਰ ਸ਼ਾਹ ਨੇ ਕੀ ਹੈ ਜੀ, ਮਿਰਜ਼ਾ ਰਾਜਾ ਦਾ ਕੀ ਦਿੱਤਾ ਸੀਗਾ, ਖਿਤਾਬ ਦਿੱਤਾ ਸੀਗਾ। ਕਿਹਨੂੰ ਕਿਹਾ ਸੀ ਜਾਂਦਾ ਸੀ, ਕਿੱਥੋਂ ਦੇ ਸੂਬੇਦਾਰ ਨੂੰ ਦਿੱਤਾ ਸੀ, ਮਾਲਵਾ ਦੇ ਸੂਬੇਦਾਰ ਨੂੰ। ਕਿਹਦਾ ਟਾਈਟਲ ਦਿੱਤਾ ਸੀ, ਜਿਵੇਂ ਆਪਾਂ ਰਾਜਾ ਦੀ ਪਦਵੀ ਦਿੱਤੀ ਸੀ ਮੋਹਨ ਰਾਮ ਨੂੰ, ਠੀਕ ਹੈ ਜੀ। ਤਾਂ ਉਵੇਂ ਜੋ ਕਰੇ ਮਿਰਜ਼ਾ ਰਾਜਾ, ਇਹ ਕੀ ਆ, ਮਿਰਜ਼ਾ ਵੀ ਮਿਰਜ਼ਾ ਰਾਜਾ, ਉਹ ਮਿਰਜ਼ਾ ਸਾਹਿਬ ਵਾਲਾ ਨਾ ਸਮਝ ਲਓ, ਇਹ ਅਲੱਗ ਆ, ਠੀਕ ਹੈ। ਜਨਾਦਰ ਸ਼ਾਹ 1712 ਤੋਂ ਲੈ ਕੇ 1713 ਤੱਕ ਇਹਨੇ ਕੀ ਕਰਦਾ ਸੀਗਾ ਜੀ, ਰਾਜ। 1712 ਤੋਂ 1713, ਠੀਕ ਹੈ ਜੀ। ਤੇ ਸੀ ਕਲੀਅਰ ਹੈ ਜੀ। ਮੁਅੱਜ਼ਮ ਆਜ਼ਮ ਕਾਮ ਬਖਸ਼ ਔਰੰਗਜ਼ੇਬ ਦੇ ਬੇਟੇ ਸੀਗੇ, ਔਰੰਗਜ਼ੇਬ ਦੇ ਬੇਟੇ ਸੀਗੇ, ਠੀਕ ਆ। ਮੁਅੱਜ਼ਮ ਆਜ਼ਮ ਕਾਮ ਬਖਸ਼, ਠੀਕ ਹੈ ਜੀ। ਕਲੀਅਰ ਆ। ਜਿਹੜੇ ਤਿੰਨ ਨੇ ਫਿਰ ਆਪਸ ਵਿੱਚ ਲੜ ਪੈਂਦੇ ਨੇ। ਕਿਹੜੀ ਲੜਾਈ ਹੁੰਦੀ ਆ, ਬੈਟਲ ਆਫ ਜਜਾਓ। ਜਜਾਓ ਦੀ ਲੜਾਈ ਦੇ ਵਿੱਚ ਗੱਦੀ ਤੇ ਬੈਠਣ ਨੂੰ ਲੈ ਕੇ ਆਪਸ ਵਿੱਚ ਲੜ ਪੈਂਦੇ ਨੇ ਮੁਅੱਜ਼ਮ ਹੋਰੀ, ਠੀਕ ਆ। ਇੱਕ ਦੂਜੇ ਨਾਲ ਡਾਂਗੋ ਸੋਟੀ ਹੋ ਜਾਂਦੇ ਨੇ। ਕੁਰਸੀ ਨੂੰ ਲੈ ਕੇ ਲੜਾਈਆਂ ਨੇ, ਗੱਦੀ ਨੂੰ ਲੈ ਕੇ ਲੜਾਈਆਂ ਹੁੰਦੀਆਂ ਸੀਗੀਆਂ, ਠੀਕ ਹੈ ਜੀ। ਇਹ ਚੀਜ਼ ਸੀ। ਫਿਰ ਉਹ ਤੋਂ ਬਾਅਦ ਪਹਿਲਾ ਕਿਹੜਾ ਬਹਿੰਦਾ ਹੁੰਦਾ ਸੀਗਾ, ਸ਼ਾਹ ਆਲਮ ਦੇ ਵੰਨ ਦੇ ਨਾਲ ਬਹਿੰਦੇ ਹੁੰਦੇ ਆ ਜੀ, ਗੱਦੀ ਦੇ ਉੱਤੇ ਆ ਜਾਂਦਾ ਹੁੰਦਾ, ਠੀਕ ਹੈ ਜੀ। ਇਹ ਤੋਂ ਬਾਅਦ ਫਰੁਖਸ਼ਿਆਰ 1713 ਤੋਂ ਲੈ ਕੇ 19 ਤੱਕ, 1713 ਤੋਂ ਲੈ ਕੇ 19 ਤੱਕ, 1719 ਤੱਕ ਇੱਕੋ ਇੱਕ ਕੰਮ ਕੀਤਾ ਸੀਗਾ ਇਹਨੇ, ਠੀਕ ਹੈ ਜੀ। ਬੰਦਾ ਸਿੰਘ ਬਹਾਦਰ ਨੂੰ ਤਸ਼ੀਹੇ ਦੇ ਕੇ ਇਹਨੇ ਕੀ ਕਰਵਾਇਆ ਸੀਗਾ ਜੀ, ਸ਼ਹੀਦ ਕਰਵਾਇਆ ਸੀਗਾ ਬੰਦਾ ਸਿੰਘ ਬਹਾਦਰ,
ठीक है जी। लक्ष्मण दास, ठीक है जी, ਜਿਹਦਾ ਨਾਮ ਸੀਗਾ ਲక్ష్మణ ਦਾਸ ਮਾਧੋ ਦਾਸ ਵਿਰਾਗ। ਮਾਧੋ ਦਾਸ ਜਦੋਂ ਕੀ ਆ ਬੰਦਾ ਸਿੰਘ ਬਹਾਦਰ ਨੇ ਵਿਰਾਗ ਧਾਰਨ ਕੀਤਾ ਸੀਗਾ, ਉਹ ਤੋਂ ਬਾਅਦ ਉਹਦਾ ਨਾਮ ਮਾਧੋ ਦਾਸ ਵਿਰਾਗੀ ਪੈ ਗਿਆ ਸੀਗਾ। ਉਹ ਤੋਂ ਪਹਿਲਾਂ ਨਾਮ ਕੀ ਸੀ, ਲక్ష్మణ ਦਾਸ ਸੀਗਾ। ਠੀਕ ਹੈ ਜੀ। ਇਹ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਥਾਪਣਾ ਦੇ ਕੇ ਕੀ ਆ ਜੀ, ਕੀ ਆ ਭੇਜਿਆ ਸੀਗਾ ਪੰਜਾਬ ਵੱਲ ਨੂੰ। ਠੀਕ ਹੈ ਜੀ। 5 ਤੀਰ ਦੇ ਕੇ 5 ਤੀਰ ਦਿੱਤੇ ਸੀਗੇ। ਠੀਕ ਹੈ, 5 ਤੀਰ ਦੇ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਥਾਪਣਾ ਦੇ ਕੇ ਕੀ ਆ ਪੰਜਾਬ ਵੱਲ ਭੇਜਿਆ ਸੀਗਾ। ਗੁਰੂ ਗੋਬਿੰਦ ਸਿੰਘ ਜੀ ਦੇ ਕੀ ਆ ਵੀ ਸਾਹਿਬਜ਼ਾਦਿਆਂ ਦਾ ਕੀ ਆ ਜਿਹੜੇ ਠੀਕ ਹੈ ਜੀ ਨੀਹਾਂ ਦੇ ਵਿੱਚ ਚਿਣਾਏ ਗਏ ਸੀਗੇ, ਉਹਦਾ ਬਦਲਾ ਲੈਣ ਵਾਸਤੇ, ਮਾਤਾ ਗੁਜਰੀ ਦਾ। ਠੀਕ ਹੈ ਜੀ। ਤੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਲਈ ਕੀ ਉਹਨਾਂ ਨੂੰ ਭੇਜਿਆ ਗਿਆ ਸੀਗਾ। ਠੀਕ ਹੈ ਜੀ। ਤਾਂ ਕੀ ਹੈ ਜੀ ਉਹ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ 1716 ਦੇ ਵਿੱਚ ਕੀ ਆ ਫਰੁਖਸ਼ਿਆਰ ਦੇ ਦੁਆਰਾ ਕੀ ਹੈ ਜੀ ਸ਼ਹੀਦ ਕਰਾ ਦਿੱਤਾ ਜਾਂਦਾ ਗਾ। ਤੇ ਰਫੀ ਉਦ ਦਰਾਜ਼ ਤਾਂ ਇਹ ਵੀ ਕੀ ਹੈ ਜੀ ਪੋਸਟ ਮੁਗਲ ਪੀਰੀਅਡ ਦੇ ਵਿੱਚ ਆਉਂਦੇ ਨੇ। ਸਿਰਫ ਕੁਝ ਕੁ ਮਹੀਨੇ ਗੱਦੀ ਦੇ ਉੱਤੇ ਕੀ ਆ ਬੈਠ ਪਾਉਂਦੇ ਨੇ। ਠੀਕ ਆ, ਪੋਸਟ ਮੁਗਲਾਂ ਦੇ ਰਾਜੇ ਨੇ ਇਹ, ਪੋਸਟ ਮੁਗਲਾਂ ਦੇ ਵਿੱਚ ਆਉਂਦੇ ਨੇ, ਪਰ ਕੁਝ ਕੁ ਮਹੀਨੇ ਹੀ ਤੱਕ ਇਹ ਕੀ ਹੈ ਜੀ ਗੱਦੀ ਦੇ ਉੱਤੇ ਬੈਠ ਪਾਉਂਦੇ ਨੇ। ਠੀਕ ਹੈ ਜੀ। ਨੈਕਸਟ, ਵੇਅਰ ਵਾਜ਼ ਦਾ ਬੈਟਲ ਆਫ ਬਿਟਵੀਨ ਨਾਦਰ ਸ਼ਾਹ ਐਂਡ ਮੁਗਲ ਅੰਪਾਇਰ ਮੁਹੰਮਦ ਸ਼ਾਹ ਵਾਜ਼ ਫਾਊਟ। ਨਾਦਰ ਸ਼ਾਹ ਤੇ ਠੀਕ ਹੈ ਜੀ, ਨਾਦਰ ਸ਼ਾਹ ਦੇ ਵਿਚਕਾਰ ਕੀ ਹੈ ਜੀ ਇੱਕ ਲੜਾਈ ਹੋਈ ਸੀ ਤੇ ਮੁਹੰਮਦ ਸ਼ਾਹ ਰੰਗੀਲੇ ਦੇ ਵਿਚਕਾਰ। ਤਾਂ ਇਹ ਤਾਂ ਯਾਰ ਸਾਰਿਆਂ ਨੂੰ ਪਤਾ ਹੀ ਆ ਕੀ ਬੋਲਿਆ ਜਾਂਦਾ ਗਾ, ਕਿਹੜੀ ਲੜਾਈ ਆ। ਤਾਂ ਇਸ ਲੜਾਈ ਨੂੰ ਕੀ ਬੋਲਿਆ ਜਾਊਗਾ ਜੀ, ਬੈਟਲ ਆਫ ਦਾ ਕਰਨਾਲ ਦਾ ਯੁੱਧ ਆ ਇਹ ਬਈ। ਠੀਕ ਆ, ਕਰਨਾਲ ਦੀ ਲੜਾਈ 1739 ਦੇ ਵਿੱਚ ਹੋਈ ਸੀ। ਇੱਥੇ ਇਸੇ ਲੜਾਈ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਵੀ ਹੀਰਾ ਤਖਤ ਤਾਊਸ ਤੋਂ ਲੈ ਗਿਆ ਸੀਗਾ, ਨੇ ਹੀਰਾ ਲੈ ਕੇ ਗਿਆ ਸੀਗਾ। ਆਪਾਂ ਪਿਛਲੇ ਕੁਐਸਚਨਾਂ ਦੇ ਵਿੱਚ ਆਪਾਂ ਡਿਸਕਸ਼ਨ ਕੀਤੀ ਆ। ਠੀਕ ਹੈ ਜੀ। ਪਾਣੀਪਤ ਦੀ ਪਹਿਲੀ ਲੜਾਈ 1526 ਦੇ ਵਿੱਚ ਹੁੰਦੀ ਹੈ। ਦੂਸਰੀ ਲੜਾਈ 1556 ਦੇ ਵਿੱਚ ਹੁੰਦੀ ਹੈਗੀ। ਠੀਕ ਹੈ ਜੀ। ਪਹਿਲੀ ਦੇ ਵਿੱਚ ਬਾਬਰ ਜਿੱਤਦਾ, ਦੂਸਰੀ ਦੇ ਵਿੱਚ ਕੌਣ ਜਿੱਤਦਾ ਗਾ ਜੀ, ਅਕਬਰ ਦੀ ਤਰਫੋਂ ਕੌਣ ਸੀਗਾ, ਬੈਰਮ ਖਾਨ ਸੀ, ਉਹ ਜਿੱਤਦਾ ਗਾ। ਦਿੱਲੀ ਨੂੰ ਲੈ ਕੇ ਤਾਂ ਹਮੇਸ਼ਾ ਲੜਾਈ ਝਗੜੇ ਰਹਿੰਦੇ ਸੀਗੇ। ਠੀਕ ਹੈ। ਲਾਹੌਰ ਕਿਹਦੇ ਨਾਲ ਸੰਬੰਧਿਤ ਆ, ਜ਼ਿਆਦਾਤਰ ਕੀ ਹੈ ਜੀ ਇਹ ਕੀ ਹੈ ਜਹਾਂਗੀਰ ਦੇ ਨਾਲ ਸੰਬੰਧਿਤ ਆ। ਠੀਕ ਹੈ ਜੀ। ਲਾਹੌਰ 'ਚ ਹੀ ਉਹਦਾ ਜਨਮ ਹੋਇਆ ਸੀ, ਲਾਹੌਰ 'ਚ ਉਹਦੀ ਕੀ ਹੋਈ ਸੀਗੀ, ਡੈਥ ਹੋਈ ਸੀਗੀ। ਕਲੀਅਰ ਹੈ ਜੀ, ਪਤਾ ਲੱਗ ਗਿਆ ਜੀ। ਚਲੋ ਜੀ, ਨੈਕਸਟ ਕੁਐਸਚਨ ਕੀ ਆ। ਅਗਲਾ ਕੁਐਸਚਨ ਵੀ ਤੁਸੀਂ ਪੜ੍ਹਿਆ ਹੋਇਆਗਾ ਬਈ, ਇਹਦਾ ਵੀ ਆਨਸਰ ਦਿਓ ਬਿਲਕੁਲ। ਹਾਂ, ਤਾਂ ਇਹਦੇ ਵਿੱਚ ਕੀ ਸੀਗਾ, ਰਾਮ ਮੋਹਨ ਰਾਏ ਵਾਜ਼ ਗਿਵਨ ਦਾ ਟਾਈਟਲ ਬਾਏ ਅਕਬਰ ਸ਼ਾਹ ਸੈਕਿੰਡ ਜਾਂ ਅਕਬਰ ਸੈਕਿੰਡ ਨੇ। ਅਕਬਰ ਸੈਕਿੰਡ ਦਾ ਟਾਈਮ ਪੀਰੀਅਡ ਮੈਂ ਤੁਹਾਨੂੰ ਦੱਸਿਆ ਸੀਗਾ 1806 ਤੋਂ 37 ਤੱਕ। ਠੀਕ ਹੈ ਜੀ। 1837। ਠੀਕ ਹੈ ਜੀ। 1806 ਤੋਂ 1837 ਤੱਕ ਇਹਦਾ ਟਾਈਮ ਪੀਰੀਅਡ ਸੀਗਾ। ਠੀਕ ਹੈ ਜੀ। 1806 ਤੋਂ ਲੈ ਕੇ 1837 ਤੱਕ ਦਾ ਇਹਦਾ ਕੀ ਸੀਗਾ ਟਾਈਮ ਪੀਰੀਅਡ ਸੀਗਾ ਅਕਬਰ ਦੂਸਰੇ ਦਾ। ਠੀਕ ਹੈ ਜੀ। ਅਕਬਰ ਦੂਸਰੇ ਨੇ ਕੀ ਕੀਤਾ ਸੀਗਾ, ਰਾਮ ਮੋਹਨ ਰਾਏ ਨੂੰ ਕਾਹਦੀ ਪਦਵੀ ਦਿੱਤੀ ਸੀਗੀ ਜੀ, ਰਾਜਾ ਦੀ ਪਦਵੀ ਦਿੱਤੀ ਸੀਗੀ ਜੀ। ਕਾਹਦੀ ਪਦਵੀ ਦਿੱਤੀ ਹੈ ਜੀ, ਰਾਜਾ ਦੀ ਪਦਵੀ ਦਿੱਤੀ ਹੈਗੀ। ਠੀਕ ਹੈ ਜੀ। ਕਲੀਅਰ ਹੈ ਜੀ। ਕਾਹਦੀ ਪਦਵੀ ਦਿੱਤੀ ਹੈ ਰਾਜੇ, ਰਾਜਾ ਦੀ ਇਹਨੇ ਕੀ ਦਿੱਤੀ ਹੈਗੀ, ਪਦਵੀ ਦਿੱਤੀ ਸੀ। ਪਤਾ ਲੱਗ ਗਿਆ ਸੀ। ਇਹ ਤਾਂ ਆਪਾਂ ਡਿਸਕਸ਼ਨ ਕਰ ਚੁੱਕੇ ਹਾਂ ਯਾਰ ਇਹੋ ਜਿਹੇ ਕੁਐਸਚਨ ਤਾਂ। ਠੀਕ ਹੈ। ਇਹੋ ਜਿਹੇ ਕੁਐਸਚਨਾਂ ਨੂੰ ਤਾਂ ਲਪੇਟ ਦਿਆ ਕਰੋ ਬਸ, ਵੀ ਆਉਣ ਦਿਓ ਕਰਾਂ ਬਸ, ਵੀ ਜਿਹੜੇ ਵਾਰੀ ਦੇਖੋ ਜਿਹੜੀ ਇਹ ਡਿਸਕਸ਼ਨਸ ਕਰਾਉਣ ਦੇ ਇੱਕੋ ਇੱਕ ਮਕਸਦ ਨੇ, ਇਹ ਕੁਐਸਚਨ ਪਾਉਣ ਦੇ ਇੱਕੋ ਇੱਕ ਮਕਸਦ ਨੇ ਵੀ ਤੁਹਾਡੇ ਨਾ ਸਾਰੇ ਜਿਹੜੇ ਕੁਐਸਚਨ ਨੇ ਤੁਹਾਡੇ ਮੂੰਹ ਜ਼ਬਾਨੀ ਯਾਦ ਹੋ ਜਾਣ। ਠੀਕ ਹੈ। ਤੁਹਾਡੇ ਰੱਟੇ ਚੜ ਜਾਣ ਇਹ ਕੁਐਸਚਨਾਂ ਦੇ, ਕਨਫਿਊਜ਼ ਨਾ ਹੋਵੋ। ਈਵਨ ਕਿ ਉੱਥੇ ਤੁਹਾਨੂੰ ਦੇਖਣਾ ਵੀ ਨਾ ਪਵੇ, ਬਸ ਕੇਰਾ ਮਾੜਾ ਜਸਟ ਕੁਐਸਚਨ ਪੜ੍ਹਿਆ ਤੁਸੀਂ ਟਿਕ ਕਰ ਦੋ। ਵੀ ਤੁਹਾਡੀ ਪ੍ਰੈਕਟਿਸ ਇੰਨੀ ਕੁ ਵਾਰ ਕਰਵਾਉਣੀ ਆ ਤੇ ਕੁਐਸਚਨ ਲੈ ਕੇ ਆਉਣ ਦਾ ਮਕਸਦ ਇਹੀ ਹੈ ਦੁਬਾਰਾ ਵੀ ਉਹਦੇ ਨਾਲ ਰਿਲੇਟਡ ਕੋਈ ਹੋਰ ਫਰਦਰ ਇਨਫੋਰਮੇਸ਼ਨ ਹੁੰਦੀ ਆ, ਹੋਰ ਐਕਸਟਰਾ ਇਨਫੋਰਮੇਸ਼ਨ ਹੁੰਦੀ ਹੈ, ਉਹ ਵੀ ਤੁਸੀਂ ਕਰ ਲਓ। ਠੀਕ ਹੈ। ਇਹ ਚੀਜ਼ ਕਰਕੇ ਤਾਂ ਕਰਕੇ ਕਿ ਆਪਾਂ ਕੁਐਸਚਨ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਚਲੋ ਨੈਕਸਟ ਕੁਐਸਚਨ ਆ ਜੀ, ਇਹਨੂੰ ਥੋੜਾ ਜਿਹਾ ਮੈਂ ਵੱਡਾ ਕਰ ਦਿੰਦਾ। ਠੀਕ ਹੈ। ਫਿਰ ਇਹਨੂੰ ਪੜ੍ਹਿਓ ਧਿਆਨ ਨਾਲ। ਠੀਕ ਹੈ। ਤੇ ਨੈਕਸਟ ਕਲਾਸ ਦਾ ਵੀ ਟਾਈਮ ਹੋਣ ਵਾਲਾ ਗਾ ਤੇ ਆਪਾਂ ਥੋੜਾ ਜਿਹਾ ਬਸ ਖਿੱਚ ਕੇ ਚਲੋ ਕੰਮ। ਠੀਕ ਹੈ। ਮੈਚ ਕਾਲਮ ਕਰਨੇ ਆਂਗੇ ਬਿਲਕੁਲ। ਠੀਕ ਹੈ ਜੀ। ਸ਼ਹਾਜੀ ਭੋਸਲੇ ਕੌਣ ਸੀਗੇ? ਠੀਕ ਹੈ ਜੀ। ਦੱਸੋ ਜੀ। ਸ਼ਹਾਜੀ ਭੋਸਲੇ ਕੌਣ ਸੀਗੇ? ਸ਼ਹਾਜੀ ਭੋਸਲੇ ਕੌਣ ਸੀਗੇ ਜੀ? ਫਾਦਰ ਆਫ ਦਾ ਸ਼ਿਵਾਜੀ।
कौन सीगे जी फादर ऑफ द शिवाजी शिवाजी दे जिहड़ा फादर का नाम की सीगा जिहड़ा सी शहाजी भोसले ठीक है जी क्लीयर है जी शहाजी भोसले किहदा नाम गा शिवाजी दे फादर का नैक्सट है इस तो बाद की हुंदा गा शिवाजी की माता का नाम शिवाजी की जिहड़ी माता सीगी उहदा नाम की सीगा जिहड़े शिवाजी दे माता का नाम हैगा जी उहदे हैगा जीजाबाई शिवाजी की माता का नाम की सी मराठियां का की सीगा जो भारत दे विच आगमन होया सीगा तां इह शिवाजी दे अंडर ही की होया सीगा जी इन्हां दा आगमन होया सीगा ठीक है जी क्लीयर है जी हाँ तां इस तो बाद की आ सीगा सामराथ रामदास स्पिरिचुअल टीचर भी कहा जाता गुरु भी है जी किहदा गुरु है जी शिवाजी का इस तो बाद की सीगा जी दादा जी कोनुदेव ये कौन सीगा करैक्टर्स ऑफ केयरटेकर्स ऑफ शिवाजी ये अंडर कहने का मतलब पूरे केयरटेकर आऊगा भी एक केयरटेकर सीगा ये देख रेख भी शिवाजी की की करदा सीगा जी एक देख रेख करदा सी तां कहने का मतलब ये सारियां ऑप्शन भी ए पहले नाल मिल रहा एक मिनट वो तो परी भज गया सी ए पहले नाल बी दूसरे नाल सी तीसरे नाल आ चौथे नाल तां ऑप्शन किहड़ी आ गई पहली 1 2 3 4 तां ए ऑप्शन की आ गई इस चैप्टर दे विचों मैं होर भी 1 2 क्वेश्चन लैके आऊँगा ये चैप्टर मैं तुहानूं करवा दूंगा ठीक है जी ये सारा ये भी तुहाडा मराठियां वाला भी मैं क्लीयर कराउणागा एक विजयनगर अंपायर वाला भी तुहाडा कोई भी टॉपिक कोई भी नहीं आपां छड्डदे भी जिहड़ा की अनकलीयर होवे जदों हुण तुहाडा की हत्थ आपां फड़ ही लियागा ठीक है तुहाडा की आपां हुण उंगल फड़ लई तां आपां पंजा जां पहुंचा तुहाडा अगे फड़ांगे ते तुहाडी बेड़ी नूं आपां पार नगावांगे चिंता ना करो बस सैशन नूं की अभी बद्धो वध की कर दिया करो लाइक शेयर कर दिया करो ठीक है जी और चैनल नूं सबसक्राइब करा करो और 6:30 बजे तुहाडा काम की है टाइम ते आके बह जा करो बस ठीक है जी 6:30 बजे डेली बस ये इन्ना काम करी चलो बस जीके दे विच बाकी सारी दी सारी रिस्पोंसिबिलिटी जिम्मेवारी मेरे ते सिੱਟो मैं आपे तुहाडे याद करवाऊंगा जिवें मर्जी याद करवावां ये मेरी अपनी जिम्मेदारी है क्लीयर है जी ठीक है जी चलो नैक्सट क्वेश्चन की है द ट्रीटी ऑफ द पुरंदर 1665 ਦੇ ਵਿੱਚ ਹੋਈ ਹੈ ਪਹਿਲੀ ਗੱਲ ਤਾਂ ਆਹੀ ਬਹੁਤ ਵਾਰੀ ਹੈ ਵੈਰੀ ਇੰਪੋਰਟੈਂਟ ਕੁਐਸਚਨ ਆ ਵੀ ਪੁਰੰਦਰ ਦੀ ਸੰਧੀ ਕਦੋਂ ਹੋਈ ਸੀ ਪੁਰੰਦਰ ਦੀ ਸੰਧੀ ਹੋਈ ਹੈ ਜੀ 1665 ਦੇ ਵਿੱਚ ਕਿਹਦੇ ਦੁਆਰਾ ਸਾਈਨ ਕੀਤੀ ਗਈ ਸੀ शिवाजी ਸੀਗਾ ਤੇ ਦੂਜਾ ਕੌਣ ਸੀਗਾ ਜੈ ਸਿੰਘ ਦੂਜਾ ਕੌਣ ਸੀਗਾ ਜੀ ਜੈ ਸਿੰਘ ਆਨਸਰ ਕੀ ਹੈ ਜੀ शिवाजी ਤੇ ਜੈ ਸਿੰਘ ਦੇ ਦੁਆਰਾ ਕੀ ਹੈ ਜੀ ਇਹ ਕੀ ਹੈ ਜੀ ਸਾਈਨ ਕੀਤੀ ਗਈ ਹੈਗੀ ਤੇ ਜੈ ਸਿੰਘ ਕੌਣ ਸੀਗਾ ਜੈ ਸਿੰਘ ਨੂੰ ਔਰੰਗਜ਼ੇਬ ਨੇ ਭੇਜਿਆ ਸੀਗਾ ਜੈ ਸਿੰਘ ਨੂੰ ਕਿਹਨੇ ਭੇਜਿਆ ਸੀਗਾ ਜੀ ਜੈ ਸਿੰਘ ਨੂੰ ਕਿਹਨੇ ਭੇਜਿਆ ਸੀ ਔਰੰਗਜ਼ੇਬ ਇਹ ਔਰੰਗਜ਼ੇਬ ਦੀ ਤਰਫੋਂ ਆਇਆ ਸੀ ਬੰਦਾ ਮੁਗਲਾਂ ਦੀ ਤਰਫੋਂ ਆਇਆ ਸੀ ਇਹ ਬੰਦਾ ਇਧਰੋਂ ਕੌਣ ਸੀਗਾ ਮੁਗਲਾਂ ਤੇ ਮਰਾਠਿਆਂ ਦੇ ਵਿਚਕਾਰ ਕੀ ਸੰਧੀ ਹੋਈ ਸੀ ਸੰਧੀ ਦੇ ਵਿੱਚ ਕੀ ਸੀਗਾ ਵੀ ਜਿਹੜੇ ਕਿਲੇ शिवाजी ਦੇ ਦੁਆਰਾ ਕੀ ਹੈ ਮੁਗਲਾਂ ਦੇ ਕਿਲੇ ਜਿੱਤੇ ਹੋਏ ਸੀ शिवाजी ਬਹੁਤ ਤਕੜਾ ਕੀ ਸੀਗਾ ਵੀ ਇੱਕ ਕੀ ਯੋਧਾ ਹੋਇਆਗਾ ਮਰਾਠਿਆਂ ਦੇ ਵਿੱਚੋਂ ਇਹਨੇ ਮੁਗਲਾਂ ਦੇ ਨੱਕ ਦੇ ਵਿੱਚ ਕੀ ਲਿਆਤਾ ਸੀਗਾ ਦਮ ਲਿਆਤਾ ਸੀਗਾ ਮੁਗਲਾਂ ਦੇ ਕਿਲਿਆਂ ਦੇ ਉੱਤੇ ਵੀ ਕਬਜ਼ਾ ਕੀਤਾ ਹੋਇਆ ਸੀ ਮੁਗਲਾਂ ਐ ਸੋਚਦੇ ਰਹਿੰਦੇ ਐ ਮੱਥੇ ਤੇ ਹੱਥ ਧਰ ਕੇ ਵੀ ਯਾਰ ਹੁਣ ਕੀ ਬਣੂ ਵੀ ਹੁਣ ਕੀ ਬਣੂ ਤਾਂ ਇੱਥੇ ਇਹ ਸੋਚਦੇ ਰਹਿੰਦੇ ਬਣਨਾ ਬਣਾਉਣਾ ਕੀ ਹੁੰਦਾ ਸੀ ਇੰਨੇ ਚ शिवाजी ਆ ਕੇ ਕੀ ਕਰ ਲੈਂਦਾਗਾ ਅਟੈਕ ਕਰ ਲੈਂਦਾ ਸੀਗਾ ਤੇ ਉਹ ਕਿਲੇ ਦੇ ਉੱਤੇ ਕੀ ਕਰ ਲੈਂਦਾ ਕਬਜ਼ਾ ਕਰ ਲੈਂਦਾ ਸੀਗਾ ਠੀਕ ਹੈ ਜੀ ਇਹ ਚੀਜ਼ ਸੀ ਤਾਂ ਇਹ ਦੇ ਵਿੱਚ ਜਦੋਂ ਇਹਨੇ ਸੰਧੀ ਦੇ ਤਹਿਤ ਕੀ ਸੀਗੇ शिवाजी ਨੇ ਜਿਹੜੇ ਮੁਗਲਾਂ ਦੇ ਜਿੱਤੇ ਹੋਏ ਕਿਲੇ ਸੀ ਉਹਨਾਂ ਨੂੰ ਕੀ ਕਰਤਾ ਸੀਗਾ ਜੀ ਵਾਪਸ ਕਰਤਾ ਸੀਗਾ ਠੀਕ ਹੈ ਜੀ ਔਰ ਇਹਨੇ ਕੀ ਕਿਹਾ ਸੀ ਜੈ ਸਿੰਘ ਨੇ ਮੁਗਲ ਤੁਹਾਨੂੰ ਪਤਾ ਬੇਕਾਰ ਹੁੰਦੇ ਨੇ ਯਾਰ ਸਾਰੇ ਧੋਖੇ ਨਾਲ ਕਹਿੰਦਾ ਜੀ ਤੁਹਾਨੂੰ ਤਾਂ ਤੁਹਾਡੇ ਰਾਜਾ ਬੁਲਾ ਰਹੇ ਨੇ ਤੁਹਾਡਾ ਵੈਲਕਮ ਕਰਨਾ ਸਵਾਗਤ ਕਰਨਾਗਾ ਕਹਿ ਤੁਸੀਂ ਆਓ ਸਾਡੇ ਕਹਿੰਦਾ ਦਰਬਾਰ ਦੇ ਵਿੱਚ ਆਓ ਠੀਕ ਹੈ ਜੀ ਤਾਂ ਜੈ ਸਿੰਘ ਦੇ ਕਹਿਣ ਤੇ शिवाजी ਕੀ ਚਲਾ ਜਾਂਦਾਗਾ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਚਲਾ ਜਾਂਦਾ ਤੇ ਉੱਥੇ ਜਾ ਕੇ ਉਹਨੂੰ ਔਰੰਗਜ਼ੇਬ ਕੀ ਕਰ ਲੈਂਦਾਗਾ ਜੀ ਕੈਦੀ ਕਰ ਲੈਂਦਾਗਾ ਕੈਦੀ ਬਣਾ ਲੈਂਦਾਗਾ ਬੰਦੀ ਬਣਾ ਲੈਂਦਾਗਾ ਕੈਦ ਦੇ ਵਿੱਚ ਕਰ ਲੈਂਦਾਗਾ ਠੀਕ ਹੈ ਜੀ ਧੋਖੇ ਦੇ ਨਾਲ ਤੇ ਪੁਰੰਦਰ ਦੀ ਸੰਧੀ ਦੇ ਵਿੱਚ ਹੋਇਆ ਕੀ ਸੀਗਾ ਪਹਿਲਾਂ ਤਾਂ ਆਪਦੇ ਉਹ ਕੀ ਆ ਕਿਲੇ ਵਾਪਸ ਕਰਵਾ ਲੈਂਦੇ ਨੇ ਬਾਅਦ ਦੇ ਵਿੱਚ ਉਹਨੂੰ ਕੀ ਆ ਆਪਦੇ ਕੋਲੇ ਜਦੋਂ ਬੁਲਾ ਲੈਂਦੇ ਨੇ शिवाजी ਨੂੰ ਕਹਿੰਦੇ ਵੀ ਤੁਹਾਡੇ ਨਾਲ ਸਾਡੇ ਕੀ ਆ ਬਈ ਠੀਕ ਆ ਰਾਜੇ ਨੇ ਕੀ ਕਰਨੀਆਂ ਨੇ ਗੱਲਬਾਤਾਂ ਸਾਂਝੀਆਂ ਕਰਨੀਆਂ ਨੇ ਠੀਕ ਹੈ ਵੀ ਤੁਹਾਡੇ ਤੋਂ ਬਹੁਤ ਜ਼ਿਆਦਾ ਪ੍ਰਸੰਨ ਹੋਏ ਨੇ 2-4 ਪੰਪ ਮਾਰ ਕੇ ਕੀ ਆ शिवाजी ਨੂੰ ਉਹ ਲੈ ਜਾਂਦੇ ਨੇ ਉੱਥੇ ਜਾ ਕੇ ਉਹਨੂੰ ਕੀ ਕਰ ਲੈਂਦੇ ਨੇ ਜੀ ਬੰਦੀ ਬਣਾ ਲੈਂਦੇ ਨੇ ਠੀਕ ਹੈ ਜੀ ਤਾਂ ਇਹ ਸੀਗਾ ਇਹਦੇ ਵਿੱਚੋਂ ਕਲੀਅਰ ਹੈ ਜੀ ऑप्शन उरे भी नेड़े पई सी देखो शिवाजी ते औरंगजेब शिवाजी ते औरंगजेब नहीं औरंगजेब की तरफों जय सिंह गया सीगा मुगलों का ठीक है नैक्सट शिवाजी वाज बॉर्न
शिवा जी का जन्म कित्थे होया सीगा? शिवा जी का जिहड़ा जन्म होया सीगा कहंदा वो कित्थे होया सी, उहदे बारे दसो। कहंदा शिवा जी का जन्म कित्थे होया सीगा? बहुत ही सौखा गा बई, जिहड़ा शिवा जी का अपना इहदे बारे तो पता होना चाहिए गा भी शिवा जी का जिहड़ा जन्म कित्थे होया गा। शिवनेर, शिवनेर दे विच जां शिवनेरी, शिवनेर जां शिवानेरी। हुण तुसीं आखोगे भी ये कित्थे है जी? ये पूना, शिवनेर जां शिवानेरी ये कित्थे है जी? पूना दे विच इहदा की होया सी? जन्म होया सी 1627। डैथ किन्ने च हुई सी? 1680। ठीक है, जन्म 1627, मौत 1680। कित्थे होया जी? पूने दे विच। ठीक है जी। एग्जैक्ट प्लेस पूछी जांदा गा, देखो पूना उरे भी लिखिया होया गा पर पूने दे विच शिवनेरी है। ਇਹ ਜੇ ਕੁਐਸਚਨ ਤੁਹਾਨੂੰ ਮੈਂ ਕਹੀਏ ਨਾ ਵੀ ਧਿਆਨ ਨਾਲ ਸੁਣਿਆ ਕਰੋ ਵੀ ਸਾਰੇ ਜਣੇ ਪੂਰਾ ਦਿਮਾਗ ਨੂੰ ਐ ਦਿਮਾਗ ਦੀ ਬੱਤੀ ਨਾ ਬਿਲਕੁਲ ਐ ਜਗਦੀ ਹੋਇਆ ਕਰੇ। ਇੱਧਰ ਉੱਧਰ ਨਾ ਉਹ ਕਰਿਆ ਕਰੋ ਵੀ ਉੱਧਰ ਕਦੇ ਪਸ਼ੂਆਂ 'ਚ ਧਿਆਨ ਪਿਆ, ਕਦੇ ਦਾ ਕਿਹਦਾ ਪਿਆ, ਕਦੇ ਕੀ 'ਚ ਨਾ। ਚਾਰ ਸਪੇਰਿਓਂ ਧਿਆਨ ਹਟਾ ਕੇ ਸਿਰਫ ਕੁਐਸਚਨਾਂ ਦੇ ਵੱਲ, ਸੈਸ਼ਨ ਦੇ ਵੱਲ ਕੀ ਹੈ ਬਈ ਆਪਣਾ ਧਿਆਨ ਰੱਖਿਆ ਕਰੋ। ਠੀਕ ਹੈ ਜੀ। ਤੇ ਇਹ ਸੈਸ਼ਨ ਨੂੰ ਕੀ ਹੈ ਚੱਲਣ ਤੋਂ ਪਹਿਲਾਂ ਕਾਪੀ ਪੈਨ ਲੈ ਕੇ ਬੈਠਿਆ ਕਰੋ। ਜੋ ਐਕਸਟਰਾ ਇਨਫੋਰਮੇਸ਼ਨ ਕਰਾਈ ਜਾਂਦੀ ਹੈ ਉਹਨੂੰ ਕੀ ਕਰਿਆ ਕਰੋ ਨਾਲ ਦੀ ਨਾਲ ਨੋਟ ਵੀ ਕਰਿਆ ਕਰੋ। ਠੀਕ ਹੈ ਜੀ, नोट करिया करो तां ही तुहाडे की यह समझ च पऊ, पल्ले पऊए पैणगियां सारियां चीज़ां। चलो नैक्सट क्वेश्चन। तां अगला क्वेश्चन की है? द फस्ट रेड ऑफ द सूरत अंडर विच लीडरशिप ऑफ शिवा जी हैपेंड। शिवा जी के द्वारा सूरत की लुट पहली बार कदों की गई? बहुत वधिया क्वेश्चन आ। पहला क्वेश्चन आ शिवा जी दे भी सूरत नूं कदों लुटिया सीगा? पहली लुट से की जाती है जिहड़ी सूरत के उत्ते बोलिया गया जाता गा भी सूरत की पहली लुट। देखो बई, वैरी गुड, शाबाश, दिओ आंसर, कमेंट करिया करो। कमेंट थोड़े फटाफट आने चाहिए बई। सूरत की जिहड़ी हैगी आ पहली लुट 1664 ਦੇ ਵਿੱਚ ਕਦੋਂ ਸੀਗੀ ਜੀ? 1664 ਦੇ ਵਿੱਚ। 1664 ਦੇ ਵਿੱਚ ਕੀ ਹੋਈ ਸੀਗੀ? ਪਹਿਲੀ ਕੀ ਹੈ ਜੀ ਸੂਰਤ ਦੀ ਪਹਿਲੀ ਕੀ ਹੈ ਲੁੱਟ ਕੀਤੀ ਗਈ ਸੀਗੀ। ਠੀਕ ਹੈ ਜੀ, ਠੀਕ ਹੈ ਜੀ, 1664 ਦੇ ਵਿੱਚ। ਨੈਕਸਟ ਕੁਐਸਚਨ, ਆਸਟਾ ਪ੍ਰਧਾਨ। ਆਸਟਾ ਪ੍ਰਧਾਨ ਕਿਹਨੂੰ ਕਿਹਾ ਜਾਂਦਾ ਗਾ? ਆਸਟਾ ਪ੍ਰਧਾਨ ਕੀ ਹੁੰਦੇ ਨੇ? की सीगे जी आस्टा प्रधान? आस्टा प्रधान की सीगे जी? दसो रजे, आस्टा प्रधान की ने? दसो आस्टा प्रधान की सीगा? इन द मराठा एडमिनिस्ट्रेशन, जो मराठियां दे एडमिनिस्ट्रेशन नूं चलाउंदे सीगे 8 मंत्री सीगे, 8 मंत्रियों के ग्रुप सी जिहदे विच पेशवा वजीर, पेशवा बाजीराव वर्गे हुंदे सी। नाम नहीं रखे हुंदे सीगे। ठीक है जी, तां इह की सीगे? इन्हां नूं की बोलिया जांदा सी? आस्टा प्रधान बोलिया जांदा सीगा। इहदा नाम 8 की हुंदे सीगे जी? इह 8 की सीगे इन्हां दे अंडर की हुंदे सी जिन्हां नूं जिहदे विच आस्टा प्रधान जिवें पेशवा, आस्टा प्रधान विच पेशवा हुंदा सीगा जी, मंत्री, ठीक है, सचिव हुंदा सी, पेशवा, मंत्री, सचिव, सारे ये जिहड़े टोटल कुल सीगे किन्ने सीगे जी? 8 हुंदे सी। इन्हां दे थोड़े जे नाम ना भैड़े जे ने, वो मैं नाम अज तां नहीं लिखिया हुंदा, वो नैक्सट फिर लिखाऊंगा तुहानूं। इन्हां दे मंत्री हुंदे सी जिहड़े मंत्री मंडल, उप मंत्री, जिहड़े वजीर, सारिआं नूं की कहा जांदा सीगा? जो इन्हां दा प्रशासन नूं चलाउंदे सी उन्हां नूं आस्टा प्रधान दा नाम दित्ता जांदा सी। ठीक है जी। इस तो बाद की सी लास्ट क्वेश्चन अज दे जिहड़ा सैशन दा। वीडियो नूं जिन्हें लाइक ते शेयर नहीं किया हजे भी तो फटाफट लाइक शेयर दा की बई नेरी लिया दिया करो। ठीक है, तो यह अज दा की है जिहड़ा द थर्ड बैटल ऑफ पानीपत, पानीपत की तीसरी लड़ाई। ठीक है जी, कदों हुई सीगी? ठीक है जी, अहमद शाह अब्दाली ते अहमद शाह अब्दाली ते मराठियां दे विचकार सदाशिव राव, मराठियां की तरफों कौन सीगा? मराठियां दा कौन सीगा? सदाशिव राव ते अहमद शाह अब्दाली दे विचकार हुई सीगी 1761 दे विच हुई सी। 1761 वालियां पर 2 ऑप्शनां ने, गरारी अड़ गई। फिर किहड़ी होगी? 14 जनवरी। आंसर की आऊगा? 14 जनवरी 1761 नूं। ठीक है जी, पानीपत की तीसरी लड़ाई,
ਪਾਣੀਪਤੀਆਂ ਆ ਕੇ ਲੜੀਆਂ। ਪਾਣੀਪਤ ਦੀ ਪਹਿਲੀ ਲੜਾਈ 1526, ਪਾਣੀਪਤ ਦੀ ਦੂਸਰੀ ਲੜਾਈ 1556, ਪਾਣੀਪਤ ਦੀ ਤੀਸਰੀ ਲੜਾਈ 1761 ਦੇ ਵਿਚਕਾਰ ਹੋਈ। ਕਲੀਅਰ ਹੈ ਜੀ। ਪਹਿਲੀ ਬਾਬਰ ਤੇ ਇਬਰਾਹਿਮ ਲੋਧੀ, ਦੂਸਰੀ ਹੇਮੂ ਹੋਰੀ ਸੀਗੇ, ਹੇਮੂ ਤੇ ਕੌਣ ਸੀਗਾ, ਬੈਰਮ, ਤੀਸਰੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੀ ਤਰਫੋਂ ਸਦਾਸ਼ਿਵ ਰਾਓ। ਕਲੀਅਰ ਹੈ ਜੀ। ਠੀਕ ਹੈ ਜੀ। ਤਾਂ ਇਹ ਕੀ ਸੀਗਾ ਰਾਜੇ, ਅੱਜ ਦਾ ਕੀ ਸੀਗਾ ਆਪਣਾ ਸੈਸ਼ਨ ਸੀਗਾ। ਵੀਡੀਓ ਨੂੰ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰੋ। ਠੀਕ ਹੈ ਜੀ। ਤੇ ਵੱਧੋ ਵੱਧ ਕੀ ਆ 6:30 ਵਜੇ ਰਾਈਟ ਟਾਈਮ ਤੇ ਕੀ ਹੋ ਜਾਇਆ ਕਰੋ ਜੀ, ਲਾਈਵ ਹੋ ਜਾਇਆ ਕਰੋ। ਠੀਕ ਹੈ ਜੀ। ਤਾਂ ਇਹ ਸੀਗਾ ਜੀ। ਤਾਂ ਜਿਨ੍ਹਾਂ ਨੇ ਸੈਸ਼ਨ ਨੂੰ ਕੀ ਹੈ ਜੀ ਐਂਡ ਤੱਕ ਦੇਖਿਆ, ਸਾਰਿਆਂ ਦਾ ਥੈਂਕ ਯੂ ਜੀ। ਔਰ ਆਪਣਾ ਕੀ ਇੱਕ ਨਵਾਂ ਬੈਚ, ਬਿਲਕੁਲ ਨਿਊ ਫਰੈਸ਼ ਬੈਚ ਕੀ ਆ ਵੀ ਸ਼ੁਰੂ ਹੋ ਚੁੱਕਿਆ ਗਾ। ਠੀਕ ਹੈ ਜੀ। ਅੱਜ ਤੋਂ ਠੀਕ ਹੈ, ਉਸ ਬੈਚ ਨੂੰ ਕੀ ਕਰੋ, ਵੱਧੋ ਵੱਧ ਜੁਆਇਨ ਕਰੋ, ਜਿਹੜਾ ਕੀ ਆ ਪੰਜਾਬ ਦੇ ਸਾਰੇ ਕੰਪੀਟੀਟਿਵ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਊਗਾ। ਸਾਡਾ ਮਕਸਦ ਸਿਰਫ ਇੱਕੋ ਇੱਕ ਆ ਵੀ ਹਰ ਇੱਕ ਨੂੰ ਕੀ ਦਿਵਾਉਣਾ, ਜੋਬ ਦਿਵਾਉਣਾ। ਤੇ ਸਾਡਾ ਟਾਰਗੇਟ ਵੀ ਹੋਊਗਾ, ਜੋ ਚੀਜ਼ਾਂ ਅਸੀਂ ਕੰਮ ਕਰਾਵਾਂਗੇ ਵੀ ਤੁਹਾਡੇ ਕੋ ਕੀ ਆ ਵੀ ਉਹ ਸਾਡੇ ਕਿਰਾਏ ਹੋਏ ਦੇ ਵਿੱਚੋਂ ਵੀ ਕੀ ਆ ਉਹ ਆਪਣਾ ਹੋਊਗਾ। ਠੀਕ ਹੈ ਜੀ। ਇਹ ਚੀਜ਼ ਵੀ ਅਸੀਂ ਕਹਿ ਕੇ ਚੱਲ ਰਹੇ ਆਂਗੇ। ਠੀਕ ਹੈ। ਤਾਂ ਤੁਸੀਂ ਇਹ ਚੀਜ਼ ਕੀ ਕਰੋ, ਤੁਸੀਂ ਜਿਹੜਾ ਸਾਡਾ ਨਵਾਂ ਬੈਚ ਆ ਉਹਨੂੰ ਕੀ ਕਰੋ, ਵੱਧੋ ਵੱਧ ਜੁਆਇਨ ਕਰੋ। ਠੀਕ ਹੈ ਜੀ। ਤਾਂ ਓਕੇ ਜੀ, ਥੈਂਕ ਯੂ। ਤਾਂ ਮਿਲਦੇ ਹਾਂ ਆਪਣੇ ਨੈਕਸਟ ਸੈਸ਼ਨ ਦੇ ਵਿੱਚ।